ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 51 ਤੇ ਵਿਚਾਲੇ ਜੇ ਕਰਕੇ ਹੈ 2 ਨੰਬਰ ਸਤ ਸੰਤੋਖ। 51 ਅੰਗ ਤੇ ਵਿਚਾਲੇ ਜੇ ਕਰਕੇ 2 ਨੰਬਰ ਤੋਂ ਬਾਅਦ ਸਤ ਸੰਤੋਖ ਦਇਆ ਕਮਾਵੇ, ਇਹ ਕਰਨੀ ਸਾਰ, ਆਪ ਛੋੜ ਸਭ ਹੋਏ ਰੇਣਾ, ਜਿਸ ਦੇ ਪ੍ਰਭ ਨਿਰੰਕਾਰ। ਸਤ ਸੱਚਾ ਸੁੱਚਾ ਜੀਵਨ, ਸੰਤੋਖ ਸਬਰ ਸੰਤੋਖ ਅਤੇ ਦਇਆ, ਜੀਵਾਂ ਤੇ ਦਇਆ ਕਰਨਾ, ਇਹ ਕਰਨੀ ਸਾਰ, ਇਹ ਉੱਤਮ ਕਰਮ ਹੈ। ਸੱਚਾ ਸੁੱਚਾ ਜੀਵਨ ਬਿਤਾਉਣਾ, ਸਬਰ ਸੰਤੋਖ ਰੱਖਣਾ, ਜੀਵਾਂ ਤੇ ਦਇਆ ਕਰਨਾ, ਇਹ ਕਰਨੀ ਸਾਰ, ਸਾਰ ਨੂੰ ਉੱਤਮ, ਇਹ ਕਰਨੀ ਭਾਵ ਇਹ ਕੰਮ, ਇਹ ਸਭ ਤੋਂ ਉੱਤਮ ਹੈ। ਆਪ ਛੋੜ ਸਭ ਹੋਏ ਰਹਿਣਾ। ਆਪ ਦਾ ਮਤਲਬ ਹਉਮੈ, ਹਉਮੈ ਛੱਡ ਕੇ ਸਾਰਿਆਂ ਦੀ ਚਰਨ ਧੂੜ ਹੋ ਜਾਣਾ। ਰਹਿਣਾ ਚਰਨ ਧੂੜ ਭਾਵ ਇਹ ਸਮਝਣਾ ਵੀ ਬਾਕੀ ਸਾਰੇ ਮੇਰੇ ਤੋਂ ਵਧੀਆ ਨੇ, ਮੇਰੇ ਤੋਂ ਸਿਆਣੇ ਨੇ, ਮੇਰੇ ਤੋਂ ਚੰਗੇ ਨੇ। ਜੇ ਜਦੋਂ ਇਹ ਸਮਝੇਗਾ ਤਾਂ ਫਿਰ ਉਹਦੀ ਜੋ ਹਉਮੈ ਖਤਮ ਹੋਏਗੀ। ਹਉਮੈ ਛੱਡਣੀ ਹੈ ਤੇ ਸਾਰਿਆਂ ਦੀ ਚਰਨ ਧੂੜ ਹੋਣਾ। ਪਰ ਇਹ ਕੌਣ ਹੋਏਗਾ? ਜਿਸ ਦੇ ਪ੍ਰਭ ਨਿਰੰਕਾਰ, ਜਿਸ ਨੂੰ ਪਰਮਾਤਮਾ ਇਹ ਦਾਤ ਦੇਵੇ, ਉਹ ਹਉਮੈ ਛੱਡੇਗਾ ਤੇ ਚਰਨ ਧੂੜ ਹੋਏਗਾ। ਜੋ ਦੀਸੈ ਸੋ ਸਗਲ ਤੂੰ ਹੈ। ਤੂੰ ਆਗੇ ਇਸ ਲੱਗੇ ਹੈ ਨਹੀਂ ਹੋ ਸਕਦਾ। ਜਿਵੇਂ ਆਪਾਂ ਕਹਿੰਦੇ ਤੂੰ ਜਾਂਦਾ ਹੈ, ਮੈਂ ਜਾਂਦਾ ਹਾਂ, ਉਹ ਜਾਂਦਾ ਹੈ, ਉਹ ਜਾਂਦੇ ਹਨ। ਇਸ ਪ੍ਰਕਾਰ ਤੂੰ ਤੋਂ ਬਾਅਦ ਹੈ ਨਹੀਂ ਹੁੰਦਾ, ਹੈ ਹੁੰਦਾ। ਜੋ ਦੀਸੈ ਸੋ ਸਗਲ ਤੂੰ ਹੈ, ਪਸਰਿਆ ਪਾਸਾਰ, ਕਹੋ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਜਦੋਂ ਫਿਰ ਪਰਮਾਤਮਾ ਕਿਰਪਾ ਕਰਦਾ, ਮਨੁੱਖ ਅੰਦਰੋਂ ਹਉਮੈ ਛੱਡ ਦਿੰਦਾ ਹੈ, ਸਭ ਦੀ ਚਰਨ ਧੂੜ ਹੋ ਜਾਂਦਾ ਹੈ, ਤੇ ਫਿਰ ਪਤਾ ਕੀ ਕਹਿੰਦਾ? ਜੋ ਦੀਸੈ ਸੋ ਸਗਲ ਤੂੰ ਹੈ। ਹੇ ਪਰਮਾਤਮਾ, ਜੋ ਦਿਖਾਈ ਦੇ ਰਿਹਾ ਉਹ ਤੇ ਤੂੰ ਹੈ, ਉਹ ਤੇ ਤੂੰ ਹੈ। ਪਸਰਿਆ ਪਾਸਾਰ, ਤੂੰ ਆਪਣੇ ਸਾਰੇ ਪਸਾਰੇ ਦੇ ਵਿੱਚ ਤੂੰ ਹੀ ਪਸਰਿਆ ਹੋਇਆ ਹੈ। ਆਪਣੇ ਸਾਰੇ ਪਸਾਰੇ ਦੇ ਵਿੱਚ ਤੂੰ ਹੀ ਵਸਦਾ ਹੈ। ਇਹ ਤੇਰੇ ਹੀ ਪਸਾਰਾ ਹੈ, ਤੂੰ ਹੀ ਹੈ। ਕਹੋ ਨਾਨਕ ਗੁਰ ਭਰਮ ਕਾਟਿਆ। ਜਦੋਂ ਭਰਮ ਗੁਰੂ ਨੇ ਖਤਮ ਕਰ ਦਿੱਤਾ, ਸਗਲ ਬ੍ਰਹਮ ਵਿਚਾਰ। ਹੁਣ ਜਿਹੜੀ ਵਿਚਾਰ ਹੈ ਉਹ ਰੱਬੀ ਮੱਤ ਹੋ ਗਈ। ਹੁਣ ਫਿਰ ਮਨੁੱਖ ਦੀ ਜਿਹੜੀ ਮੱਤ ਹੈ, ਮਨੁੱਖ ਦੇ ਵਿਚਾਰ ਨੇ, ਉਹ ਰੱਬੀ ਹੋ ਜਾਂਦੇ ਨੇ। ਆਪਣੇ ਵਿਚਾਰ ਫਿਰ ਨਹੀਂ ਰਹਿੰਦੇ, ਰੱਬੀ ਵਿਚਾਰ ਹੁੰਦੇ, ਕਿਉਂਕਿ ਗੁਰੂ ਨੇ ਭਰਮ ਜਿਹੜਾ ਸੀ ਮੈਂ ਭਾਵਨ ਦਾ, ਉਹ ਖਤਮ ਕਰਤਾ ਹੈ। ਕਿਉਂਕਿ ਗੁਰੂ ਨੇ ਦ੍ਰਿੜ ਕਰਾਤਾ ਹੈ ਕਿ ਜੋ ਕੁਛ ਵੀ ਤੇਰੇ ਕੋਲ ਹੈ, ਤੇਰੇ ਸਰੀਰ, ਤੇਰੇ ਮਨ ਸਮੇਤ ਜੋ ਕੁਛ ਵੀ ਤੇਰੇ ਕੋਲ ਹੈ, ਇਹ ਤੇਰਾ ਨਹੀਂ ਹੈ, ਇਹ ਪਰਮਾਤਮਾ ਦਾ ਦਿੱਤਾ ਹੋਇਆ ਹੈ। ਇਸ ਲਈ ਤੇਰਾ ਹੰਕਾਰ ਕਰਨ ਦਾ ਹੱਕ ਹੀ ਨਹੀਂ ਬਣਦਾ ਹੈ। ਹੰਕਾਰ ਕਰੀਦਾ ਆਪਣੀ ਚੀਜ਼ ਤੇ ਧਰਮ ਕਹਿੰਦਾ ਇਹ ਆਪਣਾ ਤਾਂ ਕੁਛ ਹੈ ਹੀ ਨਹੀਂ ਹੈ। ਤੇਰਾ ਤਾਂ ਆਪਣਾ ਸਰੀਰ ਹੀ ਆਪਣਾ ਨਹੀਂ। ਇਸ ਲਈ ਸਰੀਰ ਦੇ ਨਾਲ ਜਦ ਤੂੰ ਕਮਾ ਰਿਹਾ ਹੈ, ਉਹ ਵੀ ਤੇਰਾ ਨਹੀਂ। ਤੈਨੂੰ ਤੇ ਸਭ ਕੁਝ ਵਰਤਣ ਲਈ ਦਿੱਤਾ ਕਿ ਲੈ ਭਾਈ ਵਰਤ ਲੈ, ਇਹ ਤੇਰਾ ਨਹੀਂ, ਇਹ ਵਰਤਣ ਲਈ ਹੈ। ਜਿਵੇਂ ਆਪਾਂ ਫੌਰਨ ਜਾਈਏ
ਅਤੇ ਮਗਰੋਂ ਮਕਾਨ ਕਿਸੇ ਨੂੰ ਦੇ ਜਾਈਏ, ਭਾਈ ਤੂੰ ਰਹਿ ਲਾ, ਜਦੋਂ ਅਸੀਂ ਆਵਾਂਗੇ ਉਹ ਤੂੰ ਖਾਲੀ ਕਰ ਦੇ। ਅਤੇ ਜੇ ਫਿਰ ਉਹ ਸਮਝੇ ਸਾਲ ਬਾਅਦ ਇਹ ਤਾਂ ਮੇਰੇ ਹੀ ਹੈ, ਤਾਂ ਫਿਰ ਭੁਲੇਖਾ ਨਾ। ਮਕਾਨ ਦੇ ਕਿਸੇ ਦਾ ਸੀ, ਉਹ ਤਾਂ ਸਿਰਫ ਵਰਤਣ ਲਈ ਦੇ ਗਿਆ ਵੀ ਇਹਨੂੰ ਸਾਲ ਵਰਤ ਲੈ ਤੂੰ, ਅਤੇ ਉਹ ਜਿਹੜਾ ਵਰਤਣ ਵਾਲਾ ਸਮਝਦਾ ਇਹ ਤਾਂ ਮੇਰਾ ਹੀ ਹੈ। ਬਸ ਐਂ ਹੀ ਮਨੁੱਖ ਨੂੰ ਹੈ ਸਭ ਕੁਝ ਸਾਨੂੰ ਪਰਮਾਤਮਾ ਨੇ ਵਰਤਣ ਲਈ ਦਿੱਤਾ ਕਿ ਮੇਰਾ ਹੈ, ਮੈਂ ਤੁਹਾਨੂੰ ਦਿੱਤਾ ਵਰਤਣ ਲਈ। ਜਦੋਂ ਮੇਰੀ ਜੀ ਕਰੂ ਮੈਂ ਸਾਰਾ ਕੁਛ ਹੀ ਵਾਪਸ ਲੈ ਸਕਦਾ ਜਾਂ ਕੁਝ ਹਿੱਸਾ ਉਸ 'ਚ ਵਾਪਸ ਲੈ ਸਕਦਾ, ਇਹ ਮੇਰੀ ਮਰਜ਼ੀ ਹੈ। ਜਿਹੜੀ ਤੈਨੂੰ ਮਾਂ ਦਿੱਤੀ ਹੈ ਉਹ ਵੀ ਮੈਂ ਦਿੱਤੀ ਹੈ, ਬਾਪ ਦਿੱਤਾ ਉਹ ਵੀ ਮੈਂ ਦਿੱਤਾ ਹੈ, ਜੇ ਤੇਰੇ ਬਾਲ ਬੱਚੇ ਨੇ ਉਹ ਵੀ ਮੇਰੇ ਨੇ, ਤੇਰੇ ਨਹੀਂ ਹੈਗੇ, ਤੈਨੂੰ ਤਾਂ ਪਾਲਣ ਪੋਸ਼ਣ ਲਈ ਦਿੱਤੇ ਨੇ। ਪਰ ਮਨੁੱਖ ਦੇ ਅੰਦਰ ਕਿਉਂਕਿ ਭਰਮ ਹੈ, ਇਸ ਲਈ ਕਹਿੰਦੇ ਮੇਰੇ ਨੇ। ਉਹ ਜਦੋਂ ਪਰਮਾਤਮਾ ਵਾਪਸ ਲੈਂਦਾ ਫਿਰ ਰੋਂਦਾ ਹੈ, ਪਿੜਦਾ ਹੈ, ਬੁਰਾ ਹਾਲ ਕਰਦਾ ਹੈ। ਬ੍ਰਹਮ ਗਿਆਨੀ ਨੂੰ ਪਤਾ ਹੁੰਦਾ, ਉਹ ਉਸ ਅਵਸਥਾ 'ਤੇ ਪਹੁੰਚ ਚੁੱਕਾ ਹੁੰਦਾ, ਉਹਨੂੰ ਪਤਾ ਹੈ ਕਿ ਮੇਰਾ ਨਹੀਂ, ਮੈਨੂੰ ਤਾਂ ਵਰਤਣ ਲਈ ਦਿੱਤਾ ਸੀ, ਪਾਲਣ ਪੋਸ਼ਣ ਲਈ ਦਿੱਤਾ ਸੀ, ਹੁਣ ਉਹਨੇ ਆਪਣੀ ਚੀਜ਼ ਵਾਪਸ ਲੈ ਲਈ ਹੈ, ਗੱਲ ਖਤਮ। ਫਿਰ ਉਸ 'ਤੇ ਚੌਗਣ ਕਰੇ ਨਿਹਾਲ। ਫਿਰ ਪਰਮਾਤਮਾ ਇਹੋ ਜਿਹੇ ਵਿਅਕਤੀ ਨੂੰ ਨਿਹਾਲ ਕਰ ਦਿੰਦਾ ਕਿ ਇਸ ਨੂੰ ਗਿਆਨ ਹੈ ਕਿ ਜੋ ਕੁਛ ਇਹਦੇ ਕੋਲ ਹੈ ਇਹ ਤਾਂ ਪਰਮਾਤਮਾ ਦਾ ਦਿੱਤਾ ਹੋਇਆ ਹੈ। ਇੱਕ ਗਿਆਨ ਹੁੰਦਾ, ਇੱਕ ਵਿਸ਼ਵਾਸ ਹੁੰਦਾ। ਗਿਆਨ ਹੋਣਾ ਹੋਰ ਗੱਲ ਹੈ, ਵਿਸ਼ਵਾਸ ਹੋਣਾ ਹੋਰ ਗੱਲ ਹੈ, ਉਸ 'ਤੇ ਅਮਲ ਹੋਣਾ ਹੋਰ ਗੱਲ ਹੈ। ਤਿੰਨੋਂ ਅੱਡ ਅੱਡ ਨੇ। ਗਿਆਨ ਹੈ, ਸਿਰ ਇਕੱਲਾ ਗਿਆਨ ਹੈ, ਉਸ ਗਿਆਨ 'ਤੇ ਵਿਸ਼ਵਾਸ ਨਹੀਂ ਹੈ। ਚਲੋ ਜੇ ਵਿਸ਼ਵਾਸ ਵੀ ਹੈ ਤਾਂ ਉਹ ਪ੍ਰੈਕਟੀਕਲ ਨਹੀਂ ਹੈਗਾ, ਉਹ ਤਾਂ ਪ੍ਰੈਕਟੀਕਲ ਨਹੀਂ ਕਰਦਾ। ਇਸ ਲਈ ਸਾਡੀ ਕੋਈ ਗੱਲ ਨਹੀਂ ਬਣਦੀ, ਕਿਉਂਕਿ ਅਸੀਂ ਗਿਆਨ ਹੀ ਹਾਸਲ ਕਰਦੇ ਰਹਿੰਦੇ ਸਾਰੀ ਉਮਰ, ਉਸ ਗਿਆਨ ਦਾ ਪ੍ਰੈਕਟੀਕਲ ਨਹੀਂ ਕਰਦੇ, ਇਸ ਲਈ ਸਾਨੂੰ ਕੁਛ ਪ੍ਰਾਪਤ ਨਹੀਂ ਹੁੰਦਾ। ਮੈਂ ਜੇ ਗਿਆਨ ਹਾਸਲ ਕਰ ਲਾਂ, ਦੁੱਧ ਹੈ ਜੀ, ਦੁੱਧ ਦੇ ਵਿੱਚ ਘਿਓ ਹੁੰਦਾ ਹੈ ਜੀ, ਦੁੱਧ ਗਰਮ ਕਰੋ ਜੀ, ਫਿਰ ਉਹਨੂੰ ਕੋਸਾ ਰਹਿਣ ਜਦੋਂ ਹੋ ਜੇ, ਫਿਰ ਉਸ 'ਤੇ ਜਾਗ ਲਾਓ ਜੀ, ਫਿਰ ਉਹ ਸਵੇਰ ਤੱਕ ਦਹੀਂ ਬਣ ਜਾਏਗਾ ਜੀ, ਫਿਰ ਦਹੀਂ ਨੂੰ ਰਿੜਕੋ ਜੀ, ਫਿਰ ਮੱਖਣ ਆਏਗਾ ਜੀ, ਫਿਰ ਮੱਖਣ ਨੂੰ ਗਰਮ ਕਰੋ ਜੀ, ਉਹ ਘਿਓ ਬਣ ਜਾਏਗਾ ਜੀ। ਇਹ ਤਾਂ ਗਿਆਨ ਹੋ ਗਿਆ। ਪਹਿਲਾ ਗਿਆਨ ਹੈ ਕਿ ਦੁੱਧ ਦੇ ਵਿੱਚ ਘਿਓ ਹੁੰਦਾ ਹੈ, ਫਿਰ ਵਿਸ਼ਵਾਸ ਹੋ ਗਿਆ ਕਿ ਵਾਕਈ ਦੁੱਧ ਵਿੱਚ ਘਿਓ ਹੁੰਦਾ ਹੈ। ਪਰ ਜੇ ਪ੍ਰੈਕਟੀਕਲ ਕਰਾਂਗੇ ਤਾਂ ਦੁੱਧ 'ਚੋਂ ਘਿਓ ਨਿਕਲੇਗਾ, ਨਹੀਂ ਤਾਂ ਨਹੀਂ ਨਿਕਲਦਾ, ਨਹੀਂ ਤਾਂ ਨਹੀਂ ਨਿਕਲਦਾ। ਮਨੁੱਖ ਧਰਮ ਦਾ ਗਿਆਨ ਤਾਂ ਹਾਸਲ ਕਰ ਲੈਂਦਾ ਧਨ ਨੂੰ ਪੜ੍ਹ ਪੜ੍ਹ ਕੇ, ਉਸ 'ਤੇ ਪ੍ਰੈਕਟੀਕਲ ਨਹੀਂ ਕਰਦਾ, ਇਸ ਲਈ ਉਹਦੇ ਜੀਵਨ 'ਚ ਪਰਿਵਰਤਨ ਨਹੀਂ ਆਉਂਦਾ। ਜਦੋਂ ਜੀਵਨ 'ਚ ਪਰਿਵਰਤਨ ਨਾ ਆ ਰਿਹਾ ਹੋਵੇ, ਸਮਝੋ ਬਸ ਐਵੇਂ ਹੀ ਜੀਵਨ ਬੀਤ ਰਿਹਾ, ਬਦਲੇ ਹੀ ਨਹੀਂ ਕੁਛ। ਬਾਣੀ ਵੀ ਪੜ੍ਹ ਰਿਹਾ, ਸ਼ਰਾਬ ਵੀ ਪੀ ਰਿਹਾ, ਬਾਣੀ ਵੀ ਪੜ੍ਹ ਰਿਹਾ, ਦੁੱਧ 'ਚ ਪਾਣੀ ਵੀ ਪਾ ਰਿਹਾ, ਬਾਣੀ ਵੀ ਪੜ੍ਹ ਰਿਹਾ, ਅਤੇ ਦਫ਼ਤਰ 'ਚ ਬੈਠਾ ਰਿਸ਼ਵਤ ਵੀ ਲੈ ਰਿਹਾ ਹੈ। ਪਰਿਵਰਤਨ ਤਾਂ ਕੋਈ ਹੋਇਆ ਨਾ। ਕਿਉਂ? ਗਿਆਨ ਦਾ ਪ੍ਰੈਕਟੀਕਲ ਨਹੀਂ ਕੀਤਾ, ਗਿਆਨ ਨੂੰ ਪੜ੍ਹਨ 'ਤੇ ਲੱਗੇ ਰਹਿੰਦੇ ਨੇ ਬਸ। ਪ੍ਰੈਕਟੀਕਲ ਕੀਤੇ ਬਿਨਾਂ ਜੀਵਨ ਨਹੀਂ ਬਦਲਦਾ, ਅਤੇ ਜੇ ਜੀਵਨ ਹੀ ਨਾ ਬਦਲਿਆ ਤਾਂ ਫਿਰ ਐਵੇਂ ਹੀ, ਫਿਰ ਜੈਸੇ ਆਏ ਜੈਸੇ ਨਾ ਆਏ। ਫਿਰ ਆਪਣਾ ਆਰਾਮ ਨਾਲ ਰਜਾਈ 'ਚ ਪੈਣਾ ਚਾਹੀਦਾ। ਜੇ ਗੁਰੂ ਦੀ ਗੱਲ ਹੀ ਨਹੀਂ ਮੰਨਣੀ ਤਾਂ ਫਿਰ ਕੋਈ ਲੋੜ ਨਹੀਂ ਸਵੇਰੇ ਸਵੇਰੇ ਉੱਠ ਕੇ ਗੁਰਦੁਆਰਿਆਂ 'ਚ ਜਾਣ ਦੀ। ਆਪਣਾ ਆਰਾਮ ਨਾਲ ਰਜਾਈ 'ਚ ਪੈ ਰਹੋ, ਕੰਬਲ 'ਚ ਪੈ ਰਹੋ, ਆਨੰਦ ਮਾਣੋ, ਘੜ ਤਾਂ ਸੌਂ ਤਾਂ ਲਓ ਚੱਜ ਨਾਲ। ਉੱਠ ਕੇ ਨਹਾ ਧੋ ਕੇ ਗਏ ਵੀ ਗੱਲ ਗੁਰੂ ਦੀ ਕੋਈ ਮੰਨੀ ਨਾ, ਜੈਸੇ ਥੇ ਉਹ ਜਿਹੇ ਆ ਗਏ। ਹਾਂਜੀ, ਇਹ ਤਾਂ ਇਹਨੂੰ ਕਹਿੰਦੇ ਫਾਰਮੈਲਿਟੀ। ਧਰਮ ਫਾਰਮੈਲਿਟੀ ਨਹੀਂ ਹੈ, ਧਰਮ ਪ੍ਰੈਕਟੀਕਲ ਹੈ। ਸਾਇੰਸ ਵੀ ਪ੍ਰੈਕਟੀਕਲ ਹੈ, ਧਰਮ ਵੀ ਪ੍ਰੈਕਟੀਕਲ ਹੈ। ਇਹ ਦੋਨੋਂ ਪ੍ਰੈਕਟੀਕਲ 'ਤੇ ਖੜ੍ਹੇ ਨੇ।
ਸੋ ਗੁਰੂ ਮਹਾਰਾਜ ਕਹਿੰਦੇ, ਸ਼੍ਰੀ ਰਾਗ ਮਹਿਲਾ ਪੰਜਵਾਂ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ। ਦੋਹੂੰ ਤੇ ਰਹਿਤ ਭਗਤ ਹੈ, ਕੋਈ ਵਿਰਲਾ ਜਣ। ਇਹ ਸਾਰ ਮੰਦੇ ਮੈਨੇ ਵਿੱਚ, ਸੰਸਾਰ ਸਗਲਾਣਾ ਮੈਨੇ ਸਾਰਾ। ਦੁਕ੍ਰਿਤ ਮਾੜਾ ਕਰਮ, ਸੁਕ੍ਰਿਤ ਸ਼ੁਭ ਕਰਮ। ਸਾਰਾ ਸੰਸਾਰ ਇਸੇ ਗੱਲ 'ਚ ਫਸਿਆ ਹੋਇਆ ਹੈ ਕਿ ਠੀਕ ਕੀ ਹੈ ਤੇ ਗਲਤ ਕੀ ਹੈ। ਕਿ ਸਾਰਾ ਸੰਸਾਰ ਇਸੇ 'ਚ ਲੱਗਾ ਹੋਇਆ ਵੀ ਗਲਤ ਕੀ ਹੈ ਤੇ ਠੀਕ ਕੀ ਹੈ। ਜਿਹੜਾ ਭਗਤ ਹੁੰਦਾ ਦੋਹੂੰ ਤੇ ਰਹਿਤ, ਔਰ ਨਾ ਠੀਕ ਤੇ ਨਾ ਗਲਤ ਦੇ ਚੱਕਰ 'ਚ ਹੀ ਨਹੀਂ ਆਉਂਦਾ, ਉਹ ਇਸ ਚੱਕਰ 'ਚ ਹੀ ਨਹੀਂ ਪੈਂਦਾ। ਹੁਣ ਵਾਲਾ ਕਹਿੰਦਾ ਜੀ ਤੀਰਥ ਇਸ਼ਨਾਨ ਕਰਨਾ ਠੀਕ ਹੈ ਕਿ ਗਲਤ ਹੈ। ਕੋਈ ਕਹਿੰਦਾ ਠੀਕ ਹੈ, ਕੋਈ ਕਹਿੰਦਾ ਐਵੇਂ ਫਜ਼ੂਲ ਹੈ ਜੀ। ਭਗਤ ਤਾਂ ਵਾਹਿਗੁਰੂ ਵਾਹਿਗੁਰੂ ਕਰਦਾ, ਇਹਨਾਂ ਚੱਕਰਾਂ 'ਚ ਹੀ ਨਹੀਂ ਪੈਂਦਾ। ਉਹ ਕੀ ਠੀਕ ਹੈ ਤੇ ਕੀ ਗਲਤ ਧਰਮ ਦੇ ਪੈਣ ਤੋਂ, ਉਹ ਇਸ ਚੱਕਰ 'ਚ ਹੀ ਨਹੀਂ ਪੈਂਦਾ। ਸਾਰਾ ਸੰਸਾਰ ਜਿਹੜਾ ਹੈ ਮੰਦੇ ਵਿੱਚ, ਦੁਕ੍ਰਿਤ ਸੁਕ੍ਰਿਤ, ਚੰਗੇ ਅਤੇ ਮੰਦੇ ਕਰਮ ਦੇ ਵਿੱਚ ਹੀ ਸਾਰਾ ਸੰਸਾਰ ਫਸਿਆ ਹੋਇਆ ਹੈ। ਜਿਹੜਾ ਇਹਨਾਂ ਦੋਹਾਂ ਅਵਸਥਾ ਤੋਂ ਰਹਿਤ ਹੁੰਦਾ, ਦੋਹੂੰ ਤੇ ਰਹਿਤ ਭਗਤ ਹੈ, ਉਹ ਭਗਤ ਹੁੰਦਾ। ਕੋਈ ਵਿਰਲਾ ਜਾਣਾ, ਪਰ ਕੋਈ ਹੁੰਦਾ ਵਿਰਲਾ ਟਾਵਾਂ। ਇਹੋ ਜਿਹਾ ਕੋਈ ਵਿਰਲਾ ਟਾਵਾਂ ਹੁੰਦਾ। ਜਿਵੇਂ ਕਿਸੇ ਨੇ ਮੈਨੂੰ ਆ ਕੇ ਕਹਿੰਦਾ ਬਾਬਾ ਫਲਾਣਾ ਤੁਹਾਡੀ ਵਡਿਆਈ ਕਰਦਾ ਸੀ, ਬਾਬਾ ਖੁਸ਼ ਹੋ ਗਿਆ। ਕਿਸੇ ਨੇ ਆ ਕੇ ਬਾਬਾ ਜੀ ਫਲਾਣੀ ਨਿੰਦਿਆ ਕਦੇ, ਬਾਬਾ ਉਦਾਸ ਹੋ ਗਿਆ। ਇਸੇ ਚੱਕਰ 'ਚ ਹੀ ਹੈ। ਇਹ ਭਗਤੀ ਨਹੀਂ ਹੁੰਦੀ। ਫਿਰ ਜਿਨ੍ਹਾਂ ਭਗਤੀ ਕਰਨੀ ਉਹ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਹੁੰਦੇ ਕਿ ਸੰਸਾਰ ਕੀ ਕਹਿੰਦਾ। ਸੰਸਾਰ ਨੇ ਤਾਂ ਸਿਆਣੇ ਆਮ ਕਹਾਵਤ ਹੈ, ਆਰੀ ਨੂੰ ਇੱਕ ਪਾਸੇ ਦਿੰਦੇ ਹੁੰਦੇ ਨੇ, ਸੰਸਾਰ ਨੂੰ ਦੋਨਾਂ ਪਾਸੇ ਹੁੰਦੇ ਨੇ। ਇਹਨਾਂ ਕਿਸੇ ਨੂੰ ਨਹੀਂ ਬਖਸ਼ਣਾ ਹੁੰਦਾ। ਇਸ ਲਈ ਸੰਸਾਰ ਦਾ ਖਿਆਲ ਕੀਤੇ ਬਿਨਾਂ ਕੌਣ ਵਡਿਆਈ ਕਰ ਰਿਹਾ, ਕੌਣ ਨਿੰਦਿਆ ਕਰ ਰਿਹਾ, ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਤੇ ਨਾ ਹੀ ਉਹਦਾ ਕਦੇ ਜਵਾਬ ਦੇਈਦਾ। ਬਸ ਸੁਣਿਆ ਅਣਸੁਣਿਆ ਕਰ ਦੇਣਾ ਅਤੇ ਆਪਣੀ ਮੰਜ਼ਿਲ ਵੱਲ ਤੁਰਦੇ ਜਾਣਾ ਬਸ। ਅਤੇ ਜਦੋਂ ਅਸੀਂ ਮੰਜ਼ਿਲ 'ਤੇ ਪਹੁੰਚ ਗਏ, ਦੁਨੀਆ ਨੇ ਮੱਥੇ ਟੇਕਣੇ ਨੇ, ਦੁਨੀਆ ਨੇ ਸਤਿਕਾਰ ਕਰਨਾ ਹੈ, ਜੈ ਜੈਕਾਰ ਕਰਨੀ ਹੈ। ਇਸ ਲਈ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਦੋਂ ਹਰੀ ਮਨ ਅਤੇ ਤਨ 'ਚ ਵਸ ਗਏ, ਤੁਸੀਂ ਕਹੇ ਤਨ 'ਚ ਵਸ ਗਿਆ ਜੀ, ਵੀ ਮਨ 'ਚ ਤਾਂ ਸਮਝ ਆਈ, ਤਨ 'ਚ ਕਿਵੇਂ ਹੈ? ਜਿਹੜੀ ਗੱਲ ਮਨ 'ਚ ਵਸ ਜੇ, ਸਰੀਰ ਕਰਦੇ ਉਸ ਤਰ੍ਹਾਂ ਕੰਮ ਹੈ। ਜਿਹੜੀ ਗੱਲ ਤੁਹਾਡੇ ਮਨ 'ਚ ਵਸ ਗਈ ਨਾ, ਸਰੀਰ ਨੇ ਉਸੇ ਤਰ੍ਹਾਂ ਹੀ ਕਰਮ ਕਰਨੇ। ਜਦੋਂ ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਗਿਆ ਨਾ, ਸਰੀਰ ਨੇ ਉਸੇ ਤਰ੍ਹਾਂ ਹੀ ਕਰਨਾ। ਸਰੀਰ ਨੇ ਆਪੇ ਹੀ ਕਰੀ ਜਾਣਾ, ਵਾਹਿਗੁਰੂ 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 ਵਾਹਿਗੁਰੂ। ਠਾਕੁਰ ਸਰਬੇ ਸਮਾਣਾ, ਕਿਆ ਕਹੂੰ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਠਾਕੁਰ ਸਰਬੇ ਸਮਾਣਾ, ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਪਰਮਾਤਮਾ ਸਭ ਦੇ ਵਿੱਚ ਵਸਦਾ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਪਰਮਾਤਮਾ ਹਰ ਇੱਕ ਦੇ ਵਿੱਚ ਹੈ। ਕੀੜੇ ਮਕੌੜੇ, ਪਸ਼ੂ ਪੰਛੀ, ਕਹਿੰਦੇ ਕਣ ਕਣ ਮੇਂ ਭਗਵਾਨ। ਪਰਮਾਤਮਾ ਕਣ ਕਣ ਦੇ ਵਿੱਚ, ਕੋਈ ਐਸੀ ਚੀਜ਼ ਨਹੀਂ ਜਿਸ ਦੇ ਵਿੱਚ ਭਗਵਾਨ ਨਾ ਹੋਵੇ। ਪੱਥਰ 'ਚ ਵੀ ਭਗਵਾਨ ਹੈਗਾ, ਮਿੱਟੀ 'ਚ ਵੀ ਹੈ, ਦਰਖਤਾਂ ਦੇ ਵਿੱਚ ਵੀ ਹੈ, ਸਭ ਕਾਸੇ ਭਗਵਾਨ ਹੈ। ਕੋਈ ਐਸੀ ਥਾਂ, ਕੋਈ ਐਸੀ ਚੀਜ਼ ਨਹੀਂ ਜਿੱਥੇ ਭਗਵਾਨ ਨਹੀਂ ਹੈ। ਜੇ ਕਈ ਕਹਿੰਦੇ ਤਸਵੀਰਾਂ ਨੂੰ ਮੱਥੇ ਨਹੀਂ ਟੇਕਣੇ ਚਾਹੀਦੇ, ਠੀਕ ਹੈ,
ਤਸਵੀਰਾਂ ਨੂੰ ਮੱਥੇ ਨਹੀਂ ਟੇਕਣੇ ਚਾਹੀਦੇ, ਕਿਉਂਕਿ ਸਾਡੀ ਆਪਣੀ ਬਣਾਈ ਹੋਈ ਹੈ। ਪਰ ਕਈ ਵਾਰੀ ਤਸਵੀਰ ਜਿਹਦੀ ਹੈ ਨਾ, ਉਹ ਤਸਵੀਰ ਦੇ ਵਿੱਚੋਂ ਹੀ ਪ੍ਰਗਟ ਹੋ ਜਾਂਦਾ। ਜਿਸ ਦੀ ਮੂਰਤੀ ਨਾ, ਮੂਰਤੀ ਉਂਝ ਕਹਿੰਦੇ ਮੂਰਤੀ ਪੂਜਾ ਨਹੀਂ ਕਰਨੀ ਚਾਹੀਦੀ, ਮੈਂ ਵੀ ਇਸ ਹੱਕ 'ਚ ਨਹੀਂ ਕਰਨੀ ਚਾਹੀਦੀ। ਪਰ ਕਈ ਜਿਹਦੀ ਮੂਰਤੀ ਹੁੰਦੀ ਹੈ, ਮੈਂ ਆਪ ਵਿੱਚੋਂ ਨਿਕਲਦੇ ਉਸ ਨੂੰ ਅਤੇ ਮੁੜ ਕੇ ਮੂਰਤੀ 'ਚ ਪ੍ਰਵੇਸ਼ ਕਰਦੇ ਆਪ ਦੇਖੇ ਮੈਂ ਆਪਣੀ ਅੱਖਾਂ ਨਾਲ। ਮੈਂ ਪਟਨਾ ਸਾਹਿਬ ਗਿਆ ਸੀ, ਉੱਥੋਂ ਅੱਗੇ ਗਿਆ ਹੈ, ਗਿਆ ਤੋਂ ਅੱਗੇ ਬੋਧ ਗਿਆ ਹੈ, ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ। ਉਸ ਜਗ੍ਹਾ ਨੂੰ ਕਹਿੰਦੇ ਬੋਧ ਗਿਆ, ਪਟਨੇ ਤੋਂ 180 ਕਿਲੋਮੀਟਰ ਦੂਰ ਹੈ। ਕਿਉਂਕਿ ਮੈਂ ਮਹਾਤਮਾ ਬੁੱਧ ਬਾਰੇ ਕਿਤਾਬ ਪੜ੍ਹੀ ਸੀ, ਲਾਈਟ ਆਫ ਏਸ਼ੀਆ, ਇੰਗਲਿਸ਼ ਪੁਸਤਕ ਸੀ। ਮੇਰੇ ਮਨ 'ਤੇ ਬਹੁਤ ਪ੍ਰਭਾਵ ਹੋਇਆ ਉਸ ਦਾ। ਮੈਂ ਵੀ ਬੜਾ ਜ਼ਬਰਦਸਤ ਇਨਸਾਨ ਸੰਸਾਰ 'ਚ ਹੋਇਆ, ਮੇਰੇ ਅੰਦਰ ਸ਼ਰਧਾ ਭਾਵਨਾ ਪੈਦਾ ਹੋ ਗਈ। ਫਿਰ ਮੈਂ ਪਟਨੇ ਗਿਆ, ਉੱਥੋਂ ਮੈਂ ਟੈਕਸੀ ਕੀਤੀ, 2-4 ਮੇਰੇ ਨਾਲ ਹੋਰ ਸਨ ਸਾਥੀ। ਉੱਥੇ ਬੋਧ ਗਏ, ਜਿੱਥੇ ਜੋੜੇ ਲਾਣੇ ਸਨ, ਮੈਂ ਜੋੜੇ ਲਾ ਰਿਹਾ। ਕਿ ਜੋੜੇ ਲਾਉਂਦੇ ਬੰਦੇ ਦਾ ਧਿਆਨ ਹੇਠਾਂ ਨੂੰ ਹੁੰਦਾ। ਮੇਰਾ ਸਰੀਰ ਕੰਬਣਾ ਸ਼ੁਰੂ ਹੋ ਗਿਆ, ਮੇਰਾ ਸਰੀਰ 'ਤੇ ਕੰਟਰੋਲ ਨਹੀਂ ਰਿਹਾ। ਮੈਨੂੰ ਐਂ ਲੱਗਿਆ ਮੈਂ ਹੁਣ ਡਿੱਗਿਆ ਕਿ ਹੁਣ ਡਿੱਗਿਆ। ਸਾਥੀਆਂ ਨੇ ਅੰਦਾਜ਼ਾ ਲਾ ਲਿਆ ਕਿ ਕੋਈ ਬਾਬਾ ਜੀ ਦੇ ਕੋਲ ਕੋਈ ਰੂਹ ਆਈ ਹੈ ਬੜੀ ਜ਼ਬਰਦਸਤ, ਜਿਹਨੇ ਇੰਨੀ ਵਾਈਬ੍ਰੇਸ਼ਨ ਬਾਬਾ ਜੀ ਦੇ ਅੰਦਰ ਪੈਦਾ ਕਰਤੀ ਹੈ। ਜਦ ਮੈਂ ਜੁੱਤੀ ਲਾ ਕੇ ਉੱਪਰ ਨੂੰ ਵੇਖਿਆ, ਕੀ ਦੇਖਦਾ, ਸਾਹਮਣੇ ਮਹਾਤਮਾ ਬੁੱਧ ਜੀ ਖੜ੍ਹੇ ਆ। ਉਸ ਵੇਲੇ ਮੇਰੀ ਕੀ ਅਵਸਥਾ ਸੀ, ਮੈਨੂੰ ਕਿਤਨਾ ਵੈਰਾਗ ਆਇਆ, ਮੈਂ ਸ਼ਬਦਾਂ 'ਚ ਨਹੀਂ ਆਪ ਜੀ ਨੂੰ ਦੱਸ ਸਕਦਾ। ਅੱਗੇ ਅੱਗੇ ਮਹਾਤਮਾ ਬੁੱਧ, ਪਿੱਛੇ ਪਿੱਛੇ ਮੈਂ ਜਾ ਰਿਹਾ। ਬੜੀ ਸੁੰਦਰ ਉਹਨਾਂ ਦੀ ਮੂਰਤੀ ਬਣੀ ਹੋਈ ਹੈ, ਸੁਨਹਿਰੀ। ਉਹ ਮੂਰਤੀ ਜਾ ਕੇ ਪ੍ਰਵੇਸ਼ ਕਰ ਗਏ। ਚਲੋ ਮੈਂ ਮੱਥਾ ਟੇਕਿਆ, ਮੈਂ ਸਾਰਾ ਵੇਖਦਾ ਰਿਹਾ। ਜਿਸ ਦਰਖਤ ਦੇ ਹੇਠਾਂ ਉਹਨਾਂ ਨੂੰ ਗਿਆਨ ਹੋਇਆ, ਉਹ ਦੇਖਿਆ, ਆਲਾ ਦੁਆਲਾ ਸਾਰਾ ਵੇਖਿਆ। ਜਦੋਂ ਵਾਪਸ ਆਉਣਾ ਸੀ, ਮੈਨੂੰ ਅਚਾਨਕ ਯਾਦ ਆ ਗਿਆ ਵੀ ਜੈਮਲ ਸਿੰਘ ਪਰਸੋਂ ਨੂੰ ਅਖੰਡ ਪਾਠ ਸ਼ੁਰੂ ਕਰਨੇ ਨੇ, ਐਤਵਾਰ ਨੂੰ ਭੋਗ ਪੈਣੇ ਨੇ, ਵੀ ਇਹਨਾਂ ਨੂੰ ਇਨਵਾਈਟ ਹੀ ਕਰ ਲਈਏ। ਮੈਂ ਉਹਨਾਂ ਦੀ ਮੂਰਤੀ ਦੇ ਅੱਗੇ ਖਲੋ ਕੇ ਬੇਨਤੀ ਕੀਤੀ ਵੀ ਮਹਾਤਮਾ ਬੁੱਧ ਜੀ, ਤੁਹਾਡੀ ਬੜੀ ਕਿਰਪਾ ਹੋਈ ਹੈ, ਤੁਸੀਂ ਦਰਸ਼ਨ ਦਿੱਤੇ ਦਾਸ ਨੂੰ। ਮੇਰੀ ਬੇਨਤੀ ਹੈ ਕਿ ਇਸ ਸ਼ੁੱਕਰਵਾਰ ਨੂੰ ਅਸੀਂ ਅਖੰਡ ਪਾਠ ਸ਼ੁਰੂ ਕਰਨਾ, ਐਤਵਾਰ ਨੂੰ ਭੋਗ ਪੈਣਾ। 9 ਤੋਂ 10 ਸਾਡਾ ਕੀਰਤਨ ਦਾ ਉਦੋਂ ਇੱਥੇ ਹੋਇਆ ਕਰਦਾ ਸੀ, ਇੱਥੇ ਵੀ ਕੀਰਤਨ ਵੀ ਇੱਥੇ ਹੁੰਦਾ ਸੀ, ਵੀ ਤੁਸੀਂ ਦਰਸ਼ਨ ਦਿਓ। ਅਤੇ ਮੂਰਤੀ ਨੇ ਆਪਣਾ ਮੂੰਹ ਹਿਲਾਇਆ, ਮੈਂ ਸਮਝ ਗਿਆ ਵੀ ਯਸ ਕਰਤੀ। ਲਓ ਜੀ, ਪ੍ਰੋਫੈਸਰ ਸਾਹਿਬ ਅਖੀਰਲਾ ਸ਼ਬਦ ਗਾ ਰਹੇ ਨੇ, ਅਤੇ ਮੈਨੂੰ ਅਚਾਨਕ ਯਾਦ ਹੈ ਵੀ ਉਹ ਮੈਂ ਤਾਂ ਮਹਾਤਮਾ ਬੁੱਧ ਨੂੰ ਇਨਵਾਈਟ ਕਰਕੇ ਆਇਆ ਸੀ। ਮੈਂ ਕਿਹਾ ਮਹਾਤਮਾ ਜੀ ਵੀ ਮਿੰਟ ਸਿਰਫ ਰਹਿ ਗਏ 5, ਇਸ ਤੋਂ ਬਾਅਦ ਫਿਰ ਨਾ ਆਨੰਦ ਸਾਹਿਬ ਦਾ ਪਾਠ ਸ਼ੁਰੂ ਹੋ ਜਾਣਾ, ਵੀ ਕਿਰਪਾ ਕਰਕੇ ਫਟਾਫਟ ਪਹੁੰਚੋ। ਅਤੇ ਮੈਂ ਦੇਖਿਆ ਰੂਹਾਂ ਨੂੰ ਪਹੁੰਚਣ 'ਤੇ ਕੋਈ ਟਾਈਮ ਨਹੀਂ ਲੱਗਿਆ ਕਰਦਾ। ਮਹਾਤਮਾ ਬੁੱਧ ਨਾਲ 5 ਚੇਲੇ, ਇਤਨੇ ਸੁੰਦਰ। ਮੈਂ 78 ਸਾਲ ਦੀ ਉਮਰ ਦੇ ਵਿੱਚ ਇੰਨਾ ਸੁੰਦਰ ਬੰਦਾ ਹੀ ਕੋਈ ਨਹੀਂ ਵੇਖਿਆ ਜਿੰਨੇ ਉਹ ਸੁੰਦਰ, ਜਿੰਨੇ ਉਹ ਸੁੰਦਰ। ਨਾ ਨੰਗੇ ਸਿਰ ਸੀ, ਜੂੜਾ ਕੀਤਾ ਹੋਇਆ ਸੀ, ਉਂਝ ਸਿਰ ਢੱਕਿਆ ਹੋਇਆ ਸੀ, ਰੁਮਾਲ ਜਿਵੇਂ ਦਿੱਤਾ ਹੁੰਦਾ, ਜੂੜਾ ਸਿਰ 'ਤੇ, ਦਾੜੀ ਨਹੀਂ ਸੀ ਵਿਖਾਈ ਹੋਈ, ਅਤੇ ਜੂੜਾ ਜ਼ਰੂਰ ਸਿਰ 'ਤੇ। ਆਏ, ਬੈਠੇ, ਮੈਂ ਸਤਿਕਾਰ ਕੀਤਾ। ਕੋਈ ਸਮੇਂ ਬਾਅਦ ਫਿਰ ਉਹ
ਮੈਨੂੰ ਇਸ਼ਾਰਾ ਕਰਕੇ ਉਹ ਚਲੇ ਗਏ ਸਾਰੇ। ਚਲੋ ਇਹਨੇ ਚਿਰ ਨੂੰ ਹੋ ਗਏ, ਲੰਗਰ ਛਕ ਰਹੇ ਸੀ। ਉਦੋਂ ਨਾ ਅਜੇ ਬਾਹਰ ਨਹੀਂ ਸੀ, ਇਹ ਹੇਠਾਂ ਵਰਾਂਡੇ 'ਚ ਘਾਹ ਜਿਹਾ ਲੱਗਾ ਹੁੰਦਾ ਸੀ, ਹੇਠਾਂ ਇੱਥੇ ਛਕਾਉਂਦੇ ਸੀ ਲੰਗਰ, ਜਾਂ ਇੱਥੇ ਕੁਛ ਉੱਪਰ ਛਕਾਉਂਦੇ ਸੀ, ਕੁਛ ਹੇਠਾਂ ਸੇ ਪੋਰਚ ਨੂੰ ਬਿਠਾ ਕੇ ਛਕਾਉਂਦੇ ਸੀ। ਮਾਤਾ ਬੁੱਧ ਜੀ ਸੂਖਮ ਰੂਪ 'ਚ ਦੇ ਨਾਲੇ ਪੰਜੇ ਉਹਨਾਂ ਦੇ ਬੰਦੇ ਲੰਗਰ ਛਕ ਰਹੇ ਨੇ। ਕੀ ਮੈਂ ਦੇਖਦਾ ਵੀ ਮਹਾਤਮਾ ਬੁੱਧ ਜੀ ਜਿਹੜਾ ਉਹਨਾਂ ਦਾ ਆਪਣਾ ਜੂਠਾ ਲੰਗਰ ਸੀ, ਉਹ ਬਾਕੀ ਪੰਜਾਂ ਦੇ ਸਿਰ 'ਚ ਪਾ ਰਹੇ ਨੇ। ਉਹ ਕਹਿੰਦੇ ਜੀ ਤੁਸੀਂ ਸਾਡੇ ਸਿਰ 'ਚ ਕਿਉਂ ਜੂਠਾ ਲੰਗਰ ਪਾ ਰਹੇ ਹੋ? ਕਹਿੰਦੇ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ 'ਤੇ ਕਿਰਪਾ ਹੋ ਜਾਣੀ ਗੁਰੂ ਨਾਨਕ ਦੀ ਅੱਜ। ਅਤੇ ਬਸ ਉਹ ਆਪਣਾ ਸੂਖਮ ਤੌਰ 'ਤੇ ਲੰਗਰ ਛਕ ਕੇ ਹੋ ਗਏ। ਹਰ ਇੱਕ ਚੀਜ਼ ਦੇ ਵਿੱਚ ਭਗਵਾਨ ਹੈ। ਭਾਗ ਚਾਹੀਦੇ ਨੇ, ਸ਼ਰਧਾ ਭਾਵਨਾ ਚਾਹੀਦੀ ਹੈ। ਇਹ ਧਰਮ 'ਚ ਬੜਾ ਕੁਛ ਵਾਪਰਦਾ ਹੈ। ਸੋ ਤਾਂ ਕਹਿੰਦੇ ਠਾਕੁਰ ਸਰਬੇ ਸਮਾਨਾ, ਪਰਮਾਤਮਾ ਸਭ ਥਾਂ 'ਤੇ ਸਮਾਇਆ ਹੋਇਆ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਕਿਆ ਕਹੂੰ ਸੁਣੋ ਸੁਆਮੀ, ਤੂੰ ਬੜ ਪੁਰਖ ਸੁਜਾਨਾ। ਹੈ ਸੁਆਮੀ ਮੈਂ ਕੀ ਕਹਾਂ ਤੇਰੇ ਬਾਰੇ, ਤੂੰ ਤਾਂ ਬਹੁਤ ਵੱਡਾ ਹੈ ਪੁਰਖ, ਤੂੰ ਸਾਰਿਆਂ ਦੇ ਵਿੱਚ ਵਸਦਾ ਹੈ। ਸੁਜਾਣਾ, ਤੂੰ ਤਾਂ ਜਾਣੀ ਜਾਣ ਹੈ, ਮੈਂ ਤੇਰੇ ਬਾਰੇ ਕੀ ਕਹਾਂ। ਰਹਾਉ ਮਾਨ ਅਭਿਮਾਨ ਮੰਦੇ, ਸੋ ਸੇਵਕ ਨਾਹੀਂ। ਤਤ ਸਮਦਰਸੀ ਸੰਤੋ, ਕੋਈ ਕੋਟ ਮੰਦਾਹੀ। ਮਾਨ ਅਭਿਮਾਨ ਮੰਦੇ, ਮਾਨ ਇੱਜ਼ਤ, ਅਭਿਮਾਨ ਬੇਇੱਜ਼ਤੀ। ਜਿਹੜਾ ਇੱਜ਼ਤ ਬੇਇੱਜ਼ਤੀ ਮਹਿਸੂਸ ਕਰੇ, ਮੈਂ ਹੁਣੇ ਕਿਹਾ ਨਾ ਵੀ ਕਿਸੇ ਨੇ ਵਡਿਆਈ ਕਰਤੀ ਬੜਾ ਖੁਸ਼ ਹੈ, ਕਿਸੇ ਨੇ ਨਿੰਦਿਆ ਕਰਤੀ ਦੁਖੀ ਹੋ ਰਿਹਾ ਹੈ। ਜਿਹੜਾ ਅਜੇ ਇਸ ਅਵਸਥਾ ਵਿੱਚ ਹੈ ਨਾ, ਸੋ ਸੇਵਕ ਨਹੀਂ, ਉਹ ਪਰਮਾਤਮਾ ਦਾ ਸੇਵਕ ਨਹੀਂ ਹੈ, ਉਹ ਪਰਮਾਤਮਾ ਦਾ ਭਗਤ ਨਹੀਂ ਹੈ। ਜਿਹੜਾ ਇੱਜ਼ਤ ਬੇਇੱਜ਼ਤੀ ਦੇ ਵਿੱਚ ਜੇ ਫਸਿਆ ਹੋਇਆ ਹੈ। ਤਤ ਸਮਦਰਸੀ ਸੰਤੋ, ਕੋਈ ਕੋਟ ਮਦਾਹੀ। ਤਤ ਪਰਮਾਤਮਾ ਨੂੰ ਕਹਿੰਦੇ ਨੇ, ਪਰਮਾਤਮਾ ਨੂੰ ਜਾਣਨ ਵਾਲਾ, ਸਮਦਰਸੀ ਸਾਰਿਆਂ ਨੂੰ ਇੱਕ ਨਿਗਾਹ ਨਾਲ ਵੇਖਣ ਵਾਲਾ, ਵਿਰਲਾ। ਉਹ ਕੋਈ ਵਿਰਲਾ ਟਾਮ ਹੈ। ਕੋਈ ਕੋਟ ਮੰਦਾਹੀ, ਕੋਈ ਕਰੋੜਾਂ ਵਿੱਚੋਂ ਇੱਕ ਹੈ, ਕੋਈ ਕਰੋੜਾਂ 'ਚੋਂ ਇੱਕ ਅੱਧਾ ਜਿਹੜਾ ਰੱਬ ਨੂੰ ਜਾਣਦਾ ਹੈ, ਜੋ ਸਮਦਰਸੀ ਹੈ, ਜੋ ਸਭ ਨੂੰ ਇੱਕ ਅੱਖ ਨਾਲ ਵੇਖਦਾ ਹੈ, ਜੋ ਮਾਨ ਅਪਮਾਨ ਤੋਂ ਉੱਪਰ ਹੈ। ਉਹ ਕਹਿੰਦੇ ਵਿਰਲਾ ਟਾਮ ਹੈ ਕੋਈ। ਕਹਿਣ ਕਹਾਵਨ ਇਹ ਕੀਰਤ ਕਰਲਾ, ਕਥਨ ਕਹਿਣ ਤੇ ਮੁਕਤਾ, ਗੁਰਮੁਖ ਕੋਈ ਵਿਰਲਾ। ਕਹਿਣ ਕਹਾਵਨ, ਗੱਲਾਂ ਰੱਬ ਦੀਆਂ ਗੱਲਾਂ ਕਰਨਾ, ਧਰਮ ਦੀਆਂ ਗੱਲਾਂ ਕਰਨਾ, ਇਹ ਕੀਰਤ ਕਰਲਾ। ਕਰਲਾ ਹੁੰਦਾ ਢੰਗ, ਇਹ ਵਡਿਆਈ ਕਰਨ ਦਾ ਢੰਗ ਹੈ। ਇਹ ਤਾਂ ਵਡਿਆਈ ਕਰਨ ਦਾ ਇੱਕ ਢੰਗ ਹੈ ਕਿ ਪਰਮਾਤਮਾ ਬਾਰੇ ਗੱਲਾਂ ਕੀਤੀਆਂ, ਪਰਮਾਤਮਾ ਬਾਰੇ ਕੁਝ ਕਿਹਾ ਕਹਾਇਆ। ਕਥਨ ਕਹਿਣ ਦੇ ਮੁਕਤਾ, ਪਰ ਪਰਮਾਤਮਾ ਦਾ ਕਥਨ 'ਚ ਆ ਹੀ ਨਹੀਂ ਸਕਦਾ। ਜਿਹੜਾ ਕਥਨ ਕਹਿਣ ਤੋਂ ਮੁਕਤਾ ਹੈ, ਜੋ ਇਸ ਅਵਸਥਾ ਤੋਂ ਮੁਕਤ ਹੈ, ਜੋ ਕਹਿੰਦਾ ਕਹਾਉਂਦਾ ਨਹੀਂ, ਬਸ ਆਪਣਾ ਸਿਮਰਨ 'ਤੇ ਲੱਗਾ ਰਹਿੰਦਾ ਹੈ, ਉਹ ਕਿਸੇ ਨੂੰ ਖੁਸ਼ ਕਰਨ ਲਈ ਗੱਲਾਂ ਨਹੀਂ ਕਰਦਾ ਹੈਗਾ। ਉਹ ਤਾਂ ਗੁਰਮੁਖ ਕੋਈ ਵਿਰਲਾ ਟਾਵਾਂ ਐਸਾ ਗੁਰਮੁਖ ਹੈ ਜੋ ਕਥਨ ਕਹਿਣ ਕਹਾਣ ਤੋਂ ਜੋ ਮੁਕਤ ਹੈ, ਜੋ ਨਿਰੀਆਂ ਗੱਲਾਂ ਨਹੀਂ ਕਰਦਾ। ਨਹੀਂ ਤਾਂ ਬਹੁਤੇ ਲੋਕ ਨਿਰੀਆਂ ਗੱਲਾਂ ਕਰਦੇ ਨੇ, ਨਿਰੀਆਂ ਗੱਲਾਂ ਹੀ ਕਰਦੇ ਨੇ ਰੱਬ ਬਾਰੇ, ਉਹਦੀ ਸਿਫਤ ਸਲਾਹ ਨਹੀਂ ਕਰਦੇ ਹੈਗੇ। ਇਹ ਤਾਂ ਗੱਲਾਂ ਬਾਤਾਂ ਰਹੀ, ਬਸ ਠੀਕ ਹੈ, ਗੱਲਾਂ ਬਾਤਾਂ ਰਹੀ,
ਕੀਰਤ ਕਰ ਲਾ, ਸਿਫਤ ਸਲਾਹ ਕਰ ਲਾ ਮਨ ਢੰਗ। ਇਹ ਤਾਂ ਸਿਫਤ ਸਲਾਹ ਕਰਨ ਦਾ ਇੱਕ ਢੰਗ ਹੈ। ਪਰ ਜਿਹੜਾ ਹੈ ਕਹਿਣ ਕਹਾਉਣ ਤੋਂ ਮੁਕਤ ਜਿਹੜਾ ਹੈ ਉਹ ਤਾਂ ਕੋਈ ਗੁਰੂ ਵਿਰਲਾ ਟਾਵਾਂ ਗੁਰਮੁਖ ਹੈ। ਉਹ ਕਹਿੰਦਾ ਨਹੀਂ ਕਿ ਮੈਂ ਬੜੀ ਭਜਨ ਬੰਦਗੀ ਕਰਦਾ, ਮੈਂ ਆਹ ਕਰਦਾ, ਮੈਂ ਉਹ ਕਰਦਾ। ਉਹ ਇਹਨਾਂ ਗੱਲਾਂ ਤੋਂ ਮੁਕਤ ਹੁੰਦਾ ਹੈ। ਗਤ ਅਵਗਤ, ਜਦੋਂ ਗਤ ਆ ਜਾਏਗਾ ਅੱਗੇ ਫਿਰ ਅਵਗਤ ਪੜ੍ਹਨਾ। ਜੇ ਗਤ ਨਾ ਹੋਵੇ ਤੇ ਇਕੱਲਾ ਇਹ ਅਵਗਤ ਹੋਵੇ ਫਿਰ ਇਸਨੂੰ ਪੜ੍ਹਨਾ ਅਵਿਗਤ। ਫਿਰ ਇਹਨੂੰ ਅਵਗਤ ਨਹੀਂ ਪੜ੍ਹਨਾ। ਗਤ ਆਵੇਗਾ ਫਿਰ ਪੜ੍ਹਨਾ ਅਵਗਤ, ਚੰਗਾ ਮੰਦਾ। ਗਤ ਮੈਨੇ ਚੰਗਾ, ਅਵਗਤ ਮੈਨੇ ਮੰਦਾ। ਜੇ ਇਕੱਲਾ ਅਵਗਤ ਸ਼ਬਦ ਇਹਨੂੰ ਪੜ੍ਹਨਾ ਅਵਿਗਤ, ਪਰਮਾਤਮਾ। ਅਵਿਗਤ ਹੁੰਦਾ ਜਿਹੜਾ ਅੱਖਾਂ ਨਾਲ ਦਿਖਾਈ ਨਾ ਦੇਵੇ, ਫਿਰ ਪੜ੍ਹਨਾ ਅਵਿਗਤ। ਉਦੋਂ ਹੁਣ ਪਹਿਲਾਂ ਗਤ ਆ ਗਿਆ ਹੈ। ਗਤ ਮੈਨੇ ਚੰਗਾ, ਅਵਗਤ ਮੰਦਾ, ਕੁਛ ਨਜ਼ਰ ਨਾ ਆਇਆ। ਜਿਹੜਾ ਗੁਰਮੁਖ ਹੁੰਦਾ ਹੈ ਉਹਨੂੰ ਕੋਈ ਚੰਗਾ ਮੰਦਾ ਨਜ਼ਰ ਹੀ ਨਹੀਂ ਆਉਂਦਾ। ਉਹ ਤਾਂ ਸਮਦਰਸ਼ੀ ਹੋ ਜਾਂਦਾ ਹੈ। ਉਹਦੀਆਂ ਨਜ਼ਰਾਂ ਦੇ ਸਾਰੇ ਹੀ ਇੱਕੋ ਜਿਹੇ ਨੇ। ਉਹਦੀਆਂ ਨਜ਼ਰਾਂ ਦੇ ਸਾਰੇ ਹੀ ਚੰਗੇ ਨੇ। ਉਹਨੂੰ ਤਾਂ ਮੰਦਾ ਲੱਭਦਾ ਹੀ ਕੋਈ ਨਹੀਂ। ਇੱਕ ਵਾਰੀ ਯੁਧਿਸ਼ਠਰ ਨੂੰ ਅਤੇ ਦੁਰਯੋਧਨ ਦੋਨਾਂ ਨੂੰ ਉਹਨਾਂ ਦੇ ਟੀਚਰ ਨੇ ਹਸਤਨਾਪੁਰ, ਦਿੱਲੀ ਨੂੰ ਪਹਿਲਾਂ ਹਸਤਨਾਪੁਰ ਕਹਿੰਦੇ ਸੀ, ਹਸਤਨਾਪੁਰ 'ਚ ਭੇਜਿਆ ਸ਼ਹਿਰ 'ਚ ਕਿ ਇੱਕ ਚੰਗਾ ਬੰਦਾ ਅਤੇ ਇੱਕ ਮੰਦਾ ਬੰਦਾ ਲੱਭ ਕੇ ਲਿਆਓ। ਦੋਨੋਂ ਹੀ ਖਾਲੀ ਹੱਥ ਆ ਗਏ ਸ਼ਾਮ ਨੂੰ। ਸਾਰਾ ਦਿਨ ਦੁਰਯੋਧਨ ਨੂੰ ਪੁੱਛਦੇ ਬਈ ਤੂੰ ਲਿਆ ਨਹੀਂ ਇੱਕ ਚੰਗਾ ਅਤੇ ਇੱਕ ਮੰਦਾ? ਕਹੇ ਜੀ ਕਿਹਨੂੰ ਲਿਆਉਂਦਾ? ਉਹ ਤਾਂ ਸਾਰੇ ਹੀ ਭੈੜੇ ਨੇ, ਸਾਰੇ ਹੀ ਭੈੜੇ ਨੇ, ਲਿਆਉਂਦਾ ਕਿਹਨੂੰ? ਯੁਧਿਸ਼ਠਰ ਨੂੰ ਕਹਿੰਦੇ ਵੀ ਤੂੰ ਨਹੀਂ ਲਿਆਇਆ? ਕਹਿੰਦੇ ਜੀ ਸਾਰੇ ਹੀ ਚੰਗੇ ਨੇ, ਲਿਆਉਂਦਾ ਕਿਹਨੂੰ? ਦੇਖੋ, ਇੱਕ ਦ੍ਰਿਸ਼ਟੀ ਹੈ ਸਾਰੇ ਹੀ ਮਾੜੇ ਨੇ, ਇੱਕ ਦ੍ਰਿਸ਼ਟੀ ਹੈ ਸਾਰੇ ਹੀ ਚੰਗੇ ਨੇ। ਇਸ ਲਈ ਚੰਗੇ ਮੰਦੇ ਦਾ ਕੌਣ ਫੈਸਲਾ ਕਰੇ? ਤਾਂ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿਹੋ ਜਿਹੀ ਸਾਡੀ ਸੋਚ ਹੁੰਦੀ ਹੈ ਉਹੋ ਜਿਹਾ ਸਾਡਾ ਸੰਸਾਰ ਸਾਨੂੰ ਦਿਸਦਾ ਹੈ। ਸਾਡੀ ਸੋਚ ਅਨੁਸਾਰ ਹੀ ਸੰਸਾਰ ਹੈ। ਸੰਸਾਰ ਤਾਂ ਹੀ there is nothing good or bad in this world. It is only our thinking that makes it so. ਇਸ ਸੰਸਾਰ 'ਚ ਕੁਝ ਵੀ ਚੰਗਾ ਜਾਂ ਮੰਦਾ ਨਹੀਂ। ਇਹ ਸਾਡੀ ਆਪਣੀ ਸੋਚ ਹੈ ਜਿਹੜੀ ਕਿਸੇ ਨੂੰ ਚੰਗਾ ਅਤੇ ਮੰਦਾ ਬਣਾਉਂਦੀ ਹੈ। ਸਾਡੀ ਆਪਣੀ ਸੋਚ ਹੈ। ਕਿਸੇ ਲਈ ਕੋਈ ਚੰਗੀ ਹੈ, ਕਿਸੇ ਲਈ ਮੰਦੀ ਹੈ। ਕਹਿੰਦੇ ਤਾਂ ਹੀ ਕਹਿੰਦੇ ਕਿਸੇ ਲਈ ਦਾਲ ਬਾਦੀ, ਕਿਸੇ ਲਈ ਮਾਂ ਬਾਦੀ, ਕਿਸੇ ਲਈ ਮਾਂ ਸੁਆਦੀ। ਤੁਹਾਡੇ ਲਈ ਸੰਗਤਰੇ ਬਹੁਤ ਵਧੀਆ ਨੇ, ਮੈਂ ਸੰਗਤਰਾ ਖਾ ਲਾਂਗਾ ਮੈਨੂੰ ਰਿਐਕਸ਼ਨ ਹੋ ਜਾਂਦਾ, ਐਲਰਜੀ ਹੋ ਜਾਂਦੀ। ਉਹੀ ਤਾਂ ਸੰਗਤਰਾ ਲਾਭਦਾਇਕ ਹੈ ਕਿ ਨਹੀਂ? ਸਾਰਿਆਂ ਨੂੰ ਪਤਾ। ਤੁਸੀਂ ਖਾਓਗੇ ਤੁਹਾਡੇ ਲਈ ਹੋ ਸਕਦਾ ਲਾਭਦਾਇਕ ਹੋਵੇ, ਮੈਂ ਖਾਵਾਂਗਾ ਮੈਨੂੰ ਐਲਰਜੀ ਹੁੰਦੀ ਹੈ। ਲੋਕਾਂ ਨੂੰ ਗਊ ਦਾ ਦੁੱਧ ਬੜਾ ਚੰਗਾ ਹੈ, ਕਈਆਂ ਲਈ, ਕਈ ਪੀਂਦੇ ਗਾਂ ਦਾ ਦੁੱਧ ਨੇ। ਮੈਂ ਗਾਂ ਦਾ ਦੁੱਧ ਪੀਣਾ ਮੈਨੂੰ ਖੰਘ ਲੱਗਦੀ, ਮੈਨੂੰ ਐਲਰਜੀ ਹੁੰਦੀ ਹੈ। ਇੱਕੋ ਹੀ ਚੀਜ਼ ਹੈ, ਇੱਕ ਲਈ ਚੰਗੀ ਹੈ, ਇੱਕ ਲਈ ਮੰਦੀ ਹੈ। ਫੈਸਲਾ ਕੌਣ ਕਰੇ? ਇਸ ਲਈ ਫੈਸਲਾ ਕੌਣ ਕਰੇ ਵੀ ਕੀ ਚੰਗਾ ਅਤੇ ਕੀ ਮੰਦਾ? ਇਸੇ ਬਸ ਸਭ ਕੁਛ ਹੀ ਚੰਗਾ, ਜੋ ਕਿਸੇ ਨੂੰ ਫਿੱਟ ਹੈ ਬਸ ਠੀਕ ਹੈ। ਸੰਤਨ ਕੀ ਰੇਨ ਨਾਨਕ ਦਾਨ ਪਾਇਆ। ਜਿਹਦੇ ਨਜ਼ਰਾਂ ਦੇ ਵਿੱਚ ਨਾ ਕੋਈ ਚੰਗਾ ਮੰਦਾ ਹੈ ਹੀ ਨਹੀਂ ਹੈ, ਉਹਨਾਂ ਨੂੰ ਸੰਤਾਂ ਦੀ ਚਰਨ ਧੂੜ ਦਾ ਦਾਨ ਪ੍ਰਾਪਤ ਹੁੰਦਾ ਹੈ। ਉਹਨਾਂ ਨੂੰ ਸੰਤਾਂ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ। ਕਿਉਂਕਿ ਚਰਨ ਧੂੜ ਪ੍ਰਾਪਤ ਹੋਣ ਦਾ ਮਤਲਬ ਹੈ ਕਿ ਨਿਮਰਤਾ ਸਹਿਤ ਸੰਤਾਂ ਦੀ ਸੰਗਤ ਕਰਨਾ। ਇਹ ਨਹੀਂ ਕਿ ਬੈਠੇ ਵਿੱਚ ਕਮੈਂਟਸ ਹੀ ਦੇਈ ਜਾਂਦੇ ਮਨ 'ਚ। ਕਈ ਲੋਕ ਹੁੰਦੇ ਨੇ ਸੁਣੀ ਵੀ ਜਾਂਦੇ ਨੇ, ਮਨ ਦੇ ਵਿੱਚ ਕਮੈਂਟਸ ਵੀ ਦੇਈ ਜਾਂਦੇ ਨੇ, ਕੁਛ ਨਾ ਕੁਛ ਕਹੀ ਜਾਂਦੇ ਨੇ।
ਨਾ ਮਨ 'ਚ ਨਾਲ ਬੋਲੀ ਜਾਂਦੇ ਨੇ। ਅਗਰ ਵਿਸ਼ਵਾਸ ਨਹੀਂ, ਜਾਣਾ ਹੀ ਨਹੀਂ ਚਾਹੀਦਾ। ਮੰਨ ਲਓ ਮੈਨੂੰ ਕਿਸੇ ਸਾਧੂ 'ਤੇ ਵਿਸ਼ਵਾਸ ਹੀ ਨਹੀਂ, ਸ਼ਰਧਾ ਹੀ ਨਹੀਂ, ਮੈਨੂੰ ਉਹਦੇ ਦੀਵਾਨ 'ਚ ਜਾਣਾ ਹੀ ਨਹੀਂ ਚਾਹੀਦਾ, ਉਹਨੂੰ ਮਿਲਣ ਹੀ ਨਹੀਂ ਜਾਣਾ ਚਾਹੀਦਾ। ਕੀ ਪਤਾ ਉੱਥੇ ਕੁਝ ਬੋਲ ਹੋ ਜਾਏ, ਜੇ ਹੋ ਸਕਦਾ ਅਗਲਾ ਪਹੁੰਚਿਆ ਹੋਇਆ ਹੋਵੇ, ਉਹ ਫਿਰ ਕੋਈ ਕੁਛ ਕਹਿ ਦੇ, ਫਿਰ ਬਚਣਾ ਕੁਛ ਨਹੀਂ। ਇਸ ਲਈ ਸੰਤਾਂ ਕੋਲ ਜਾਣਾ ਤੇ ਸ਼ਰਧਾ ਭਾਵਨਾ ਨਾਲ ਜਾਣਾ, ਨਹੀਂ ਤੇ ਨਹੀਂ ਜਾਣ ਦੀ ਲੋੜ। ਛੇ ਰਾਗ ਮਹਿਲਾ ਪੰਜਵਾਂ ਘਰ ਸਤਵਾਂ। ਤੇਰੇ ਭਰੋਸੈ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੂਕੈ ਬਾਰਿਕ ਤੂੰ ਹਰ ਪਿਤਾ ਮਾਇਆ। ਤੇਰੇ ਭਰੋਸੈ ਪਿਆਰੇ ਮੈਂ ਲਾਡ ਲਡਾਇਆ। ਹੇ ਪਰਮਾਤਮਾ, ਮੈਨੂੰ ਤੇਰੇ 'ਤੇ ਭਰੋਸਾ ਹੈ, ਇਸ ਲਈ ਮੈਂ ਤੈਨੂੰ ਪਿਆਰ ਕਰਦਾ ਹਾਂ, ਇਸ ਲਈ ਮੈਂ ਤੈਨੂੰ ਲਾਡ ਕਰਦਾ। ਪਿਆਰ 'ਚ ਲਾਡ ਹੀ ਕੀਤਾ ਜਾਂਦਾ ਹੈ। ਹਾਂ, ਮਾਂ ਬੱਚੇ ਦਾ ਪਿਆਰ ਨਾ, ਮਾਂ ਲਡਾਉਂਦੀ ਹੈ, ਬੱਚੇ ਨੂੰ ਲਾਡ ਕਰਦੀ ਹੈ। ਇਸ ਤਰ੍ਹਾਂ ਭਗਤ ਦਾ ਵੀ ਅਤੇ ਪਰਮਾਤਮਾ ਦਾ ਵੀ ਫਿਰ ਆਪਸੀ ਪਿਆਰ ਹੁੰਦਾ, ਫਿਰ ਲਾਡ ਨਾਲ ਗੱਲਾਂ ਕਰਦੇ ਨੇ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ। ਹੇ ਪਿਆਰੇ ਪ੍ਰਭੂ, ਮੈਨੂੰ ਤੇਰੇ 'ਤੇ ਵਿਸ਼ਵਾਸ ਹੈ, ਇਸ ਲਈ ਮੈਂ ਤੈਨੂੰ ਪਿਆਰ ਕਰਦਾ, ਤੈਨੂੰ ਲਾਡ ਕਰਦਾ। ਤੈਨੂੰ ਭੂਲੇ ਚੂਕੈ ਬਾਰਕ, ਅਸੀਂ ਬੱਚੇ ਹਾਂ ਤੇਰੇ, ਅਸੀਂ ਭੁੱਲ ਚੁੱਕ ਕਰਦੇ ਹਾਂ, ਅਸੀਂ ਗਲਤੀਆਂ ਕਰਦੇ ਹਾਂ। ਤੂੰ ਹਰ ਪਿਤਾ ਮਾਇਆ, ਮਾਇਆ ਮੈਨੇ ਮਾਂ, ਤੂੰ ਤਾਂ ਮੇਰਾ ਪਿਤਾ ਹੈ, ਤੂੰ ਤਾਂ ਸਾਡੀ ਮਾਂ ਹੈ। ਅਤੇ ਫਿਰ ਉਹ ਭੁੱਲਾਂ ਚੁੱਕਾਂ ਮਾਫ਼ ਕਰ ਦਿੰਦੇ ਨੇ। ਮਾਂ ਪਿਓ 'ਚ ਸਿਫਤ ਹੁੰਦੀ ਹੈ, ਮਾਂ ਪਿਓ 'ਚ ਸਿਫਤ ਹੁੰਦੀ ਹੈ ਕਿ ਬੱਚਾ ਜੇ ਕੋਈ ਅਵਾ ਤਵਾ ਬੋਲ ਵੀ ਪਵੇ, ਮਾਂ ਪਿਓ ਉਸਨੂੰ ਮਾਫ਼ ਕਰ ਦਿੰਦੇ ਨੇ। ਬੇਗਾਨਾ ਸਾਡੇ ਤੋਂ ਚਾਹੇ ਮਾਫ਼ੀ ਮੰਗ ਲਏ ਤਾਂ ਵੀ ਅਸੀਂ ਉੱਤੋਂ ਮਾਫ਼ ਕਰਨਾ, ਅੰਦਰੋਂ ਨਹੀਂ ਮਾਫ਼ ਕਰਦੇ। ਇਹ ਤੁਸੀਂ ਨੋਟ ਕਰਕੇ ਦੇਖ ਲਓ। ਬੇਗਾਨਾ ਕੋਈ ਸਾਡੇ ਨਾਲ ਭੈੜਾ ਵਿਹਾਰ ਕਰੇ, ਬਾਅਦ 'ਚ ਭਾਵੇਂ ਮਾਫ਼ੀ ਮੰਗ ਲਏ, ਅਸੀਂ ਕਹਾਂ ਚੰਗਾ ਭਾਈ ਕੋਈ ਗੱਲ ਨਹੀਂ, ਪਰ ਮਨ 'ਚ ਰੱਖਾਂਗੇ। ਆਪਣਾ ਧੀ ਪੁੱਤ ਸਾਨੂੰ ਉਹੀ ਕੋਈ ਗੱਲ ਕਹਿੰਦਾ ਹੈ, ਫਿਰ ਮਾਫ਼ੀ ਮੰਗ ਲੈ, ਮੰਮਾ ਡੈਡੀ ਗਲਤੀ ਹੋ ਗਈ, ਅੱਗੇ ਤਾਂ ਨਹੀਂ ਕਰਦਾ, ਆਪਾਂ ਮਾਫ਼ ਕਰ, ਮਨ 'ਚ ਨਹੀਂ ਰੱਖਦੇ, ਮਨ 'ਚ ਨਹੀਂ ਰੱਖਦੇ। ਜਿਵੇਂ ਟੀਚਰ ਵਿਦਿਆਰਥੀ ਅਤੇ ਵਿਦਿਆਰਥੀ ਟੀਚਰ ਮਨ 'ਚ ਨਹੀਂ ਰੱਖਦੇ। ਮੈਂ ਦੇਖੇ ਕੁੱਟ ਵੀ ਦਿੰਦੇ ਸੀ, ਥੱਪੜ ਵੀ ਮਾਰਦੇ, ਡੰਡੇ ਵੀ ਮਾਰਦੇ, ਕੰਨ ਵੀ ਫੜਾਉਂਦੇ ਸੀ, ਮੇਜ਼ 'ਤੇ ਵੀ ਖੜ੍ਹੇ ਕਰ ਦੇਣਾ। 10 ਮਿੰਟਾਂ ਬਾਅਦ ਫਿਰ ਉਹੇ ਜਿਹੇ ਨਾ ਸਾਡੇ ਮਨ 'ਚ ਉਹਨਾਂ ਪ੍ਰਤੀ ਕੋਈ ਦੁਸ਼ਮਣੀ ਹੁੰਦੀ ਸੀ, ਨਾ ਉਹਨਾਂ ਦੇ ਮਨ 'ਚ ਕੋਈ ਹੁੰਦੇ ਸੀ। ਇੱਕ ਦੂਜੇ 'ਤੇ ਮਾਣ ਹੁੰਦਾ। ਹਾਂਜੀ, ਅਤੇ ਭਗਤ ਨੂੰ ਪਰਮਾਤਮਾ 'ਤੇ ਅਤੇ ਪਰਮਾਤਮਾ ਨੂੰ ਭਗਤ 'ਤੇ ਮਾਣ ਹੁੰਦਾ। ਸੁਹੇਲਾ ਕਹਿਨ ਕਹਾਵਨ ਬਿਖਮ ਤੇਰਾ ਭਾਵਨ। ਤੇਰੀ ਰਜ਼ਾ ਬਾਰੇ ਗੱਲਾਂ ਕਰਨੀਆਂ ਤਾਂ ਆਸਾਨ ਨੇ। ਉਹ ਜੀ ਪਰਮਾਤਮਾ ਦਾ ਹੁਕਮ ਮੰਨਣਾ ਚਾਹੀਦਾ ਜੀ, ਉਹਦੇ ਹੁਕਮ 'ਚ ਚੱਲਣਾ ਚਾਹੀਦਾ ਜੀ। ਤੇਰਾ ਬਿਖਮ ਭਾਵਨ, ਭਾਵ ਤੇਰਾ ਹੁਕਮ ਮੰਨਣਾ ਬਹੁਤ ਔਖਾ। ਬਿਖਮ ਨੇ ਔਖਾ, ਤੇਰੀ ਭਾਵਨਾ ਨੂੰ ਮੰਨਣਾ, ਤੇਰੇ ਹੁਕਮ ਨੂੰ ਮੰਨਣਾ ਬਹੁਤ ਮੁਸ਼ਕਿਲ ਹੈ। ਕਹਿਣਾ ਕਹਾਣਾ ਤਾਂ ਆਸਾਨ ਹੈ। ਉਹ ਭਗਤ ਹੀ ਕਰ ਸਕਦੇ ਨੇ। ਭਗਤ ਨਾਮਦੇਵ ਜੀ ਹੈ, ਗਰੀਬ ਬੰਦੇ ਨੇ, ਛਾਨੀ ਹੈ, ਆਪ ਬਾਹਰ ਗਏ ਨੇ ਭਜਨ ਬੰਦਗੀ ਕਰਨ, ਮਗਰ ਛਾਨਣ ਨੂੰ ਅੱਗ ਲੱਗ ਗਈ ਹੈ। ਹੋਰ ਲੋਕਾਂ ਨੂੰ ਪਤਾ ਲੱਗ ਗਿਆ, ਹੌਲੀ ਹੌਲੀ ਲੋਕ ਜਿਹੜਾ ਹੈ, ਕੋਈ ਅੱਗ ਬੁਝਾਉਣ 'ਤੇ ਲੱਗ ਗਿਆ ਹੈ, ਕੋਈ ਸਮਾਨ ਕੱਢਣ 'ਤੇ ਲੱਗ ਗਿਆ ਵਿੱਚੋਂ। ਇੱਕ ਭੱਜਿਆ ਆ ਗਿਆ ਭਗਤ ਨਾਮਦੇਵ ਜੀ ਕੋਲ, ਨਾਮਦੇਵ ਜੀ ਤੁਹਾਡੀ ਛਾਨਣ ਨੂੰ ਅੱਗ ਲੱਗ ਗਈ ਹੈ। ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਚਲੋ ਮਾਉਣਾ। ਆਰਾਮ ਨਾਲ ਤੁਰੇ ਆ ਰਹੇ ਨੇ। ਕਾਫੀ ਕੁਝ ਸੜ ਗਿਆ ਹੈ। ਜਿਹੜਾ ਥੋੜ੍ਹਾ ਬਹੁਤਾ ਸਮਾਨ ਲੋਕਾਂ ਕੱਢਿਆ ਸੀ, ਉਹ ਵੀ ਚੱਕ ਕੇ ਅੱਗ 'ਚ ਸੁੱਟ ਰਹੇ ਨੇ। ਭਗਵਾਨ ਆ ਵੀ ਲਓ, ਭਗਵਾਨ ਆ ਵੀ ਲਓ, ਭਗਵਾਨ ਆ ਵੀ ਲਓ। ਜਿਹੜਾ ਸਮਾਨ ਲੋਕਾਂ ਸਾਰਾ ਅੱਗ 'ਚ ਸੁੱਟਦਾ, ਸਭ ਕੁਛ ਮੱਚ ਗਿਆ ਹੈ। ਲੋਕਾਂ ਦੀ ਨਜ਼ਰ ਤਾਂ ਪਾਗਲੀ ਹੈ ਨਾ। ਔਰ ਕਹਿੰਦੇ ਅਸੀਂ ਤਾਂ ਮਸਾਂ ਸਮਾਨ ਕੱਢਿਆ
ਤੇ ਪਾਗਲ ਕਹਿੰਦਾ ਆ ਲਓ ਭਗਵਾਨ ਜੀ, ਆ ਵੀ ਲਓ, ਸਾਰਾ ਸੁੱਟ ਦਿੱਤਾ ਵਿੱਚ। ਚਲੋ ਆਪ ਜੀ ਫਿਰ ਜੰਗਲ ਵੱਲ ਨੂੰ ਚਲੇ ਗਏ ਨੇ ਭਜਨ ਬੰਦਗੀ ਕਰਨ। ਭਗਵਾਨ ਰਾਤੇ ਰਾਤ ਆਇਆ ਹੈ, ਪਹਿਲ ਨਵੀਂ ਛੰਨ ਬਣਾ ਗਿਆ ਹੈ, ਅਤੇ ਘਰ 'ਚ ਜਿੰਨਾ ਸਮਾਨ ਚਾਹੀਦੀ ਸਾਰਾ ਫਰਨੀਚਰ ਜੋ ਕੁਝ ਉਸ ਜ਼ਮਾਨੇ 'ਚ ਹੋਇਆ ਕਰਦਾ ਸੀ, ਉਹਦੀ ਛੰਨ ਭਰਤੀ ਸਮਾਨ ਨਾਲ। ਉਹ ਆਪ ਤੇ ਗਿਆ ਹੋਇਆ, ਇੰਨੇ 'ਚ ਨੂੰ ਆ ਕੇ ਦਿਨ ਚੜ੍ਹੇ ਹੋਏ ਹਨ। ਦੇਖਦਾ ਵੀ ਭਗਵਾਨ ਛੰਨ ਬਣਾ ਕੇ, ਜਿਹੜੀ ਪੜੋਸਣ ਸੀ, ਪਾੜ ਪੜੋਸਣ ਨੇ ਨਾਲ ਵਾਲੀ ਗੁਆਂਢਣ, ਪਾੜ ਪੜੋਸਣ ਪੂਛ ਲੈ ਨਾਮਾ, ਨਾਲ ਵਾਲੀ ਗੁਆਂਢਣ ਪੁੱਛਦੀ ਇਹ ਨਾਮਦੇਵ, ਤੇਰੀ ਛੰਨ ਕਿਸ ਤਰਖਾਣ ਨੇ ਬੰਨੀ? ਬੇਡੀ। ਮਹਾਰਾਸ਼ਟਰ 'ਚ ਲੱਕੜੀ ਦੇ ਤਰਖਾਣ ਨੂੰ ਕਹਿੰਦੇ ਨੇ ਬੇਡੀ। ਕਹਿੰਦੇ ਤੇਰੀ ਛੰਨ ਕਿਸ ਤਰਖਾਣ ਨੇ ਬਣਾਈ ਹੈ? ਮੈਨੂੰ ਉਹਦਾ ਨਾਂ ਦੱਸ ਦੇ, ਮੈਂ ਤੇਰੇ ਤੋਂ ਦੂਣੀ ਮਜ਼ਦੂਰੀ ਉਹਨੂੰ ਦੇਵਾਂਗੀ, ਮੈਂ ਵੀ ਛੰਨ ਬਣਾਉਣੀ ਹੈ। ਉਹ ਕਹਿੰਦਾ ਬੇਡੀ। ਅਰੇ ਭਾਈ ਬੇਡੀ ਦੇਣ ਨਾ ਜਾਈ, ਇਹ ਤਰਖਾਣ ਦਿੱਤਾ ਨਹੀਂ ਜਾ ਸਕਦਾ। ਬੇਡੀ ਪ੍ਰੀਤ ਮਜ਼ਦੂਰੀ ਮੰਗੇ, ਜੇ ਕੋਈ ਛਾਣ ਛਵਾਵੇ ਉਹ ਤਾਂ ਪਿਆਰ ਮੰਗਦਾ, ਤਾਂ ਪਿਆਰ ਦੀ ਮਜ਼ਦੂਰੀ ਮੰਗਦਾ ਹੈ, ਰੁਪਈਆਂ ਦੀ ਮਜ਼ਦੂਰੀ ਉਸਨੂੰ ਨਹੀਂ ਚਾਹੀਦੀ। ਬਸ ਫਿਰ ਨਾਮਦੇਵ ਨਾਮਦੇਵ ਹੀ ਸ਼ਹਿਰ ਹੋ ਗਈ ਸਾਰੇ ਸ਼ਹਿਰ 'ਚ ਵੀ ਵਾਕਈ ਭਗਤ ਹੈ ਜੀ, ਪਰਮਾਤਮਾ ਰਾਤੇ ਰਾਤ ਹੀ ਬਣਾ ਗਿਆ ਹੈ। ਜਿਵੇਂ ਕ੍ਰਿਸ਼ਨ ਮਹਾਰਾਜ ਨੇ ਸੁਦਾਮੇ ਦਾ ਬਣਾਇਆ ਸੀ। ਸੁਦਾਮੇ ਦੀ ਵਿਚਾਰਾ ਗਰੀਬ ਸੀ ਬ੍ਰਾਹਮਣ, ਕ੍ਰਿਸ਼ਨ ਮਹਾਰਾਜ ਉਦੋਂ ਰਾਜੇ ਬਣ ਗਏ ਗੁਜਰਾਤ 'ਚ। ਅਤੇ ਉਹਨਾਂ ਦੀ ਘਰ ਵਾਲੀ ਕਹਿੰਦੀ ਵੀ ਚਾ ਤੇਰਾ ਦੋਸਤ ਹੈ ਜਨਮ ਬਚਪਨ ਦਾ, ਅਤੇ ਆਪਾਂ ਗਰੀਬ ਆ, ਉਹ ਰਾਜਾ ਬਣ ਗਿਆ, ਜਾ ਉਹਨੂੰ ਮਿਲਿਆ, ਕੋਈ ਨਾ ਕੋਈ ਸਹਾਇਤਾ ਕਰ ਦੂ। ਕਹਿੰਦਾ ਦੋਸਤ ਮੰਗਦਿਆਂ ਹੋਇਆ ਸੰਗ ਲੱਗਦੀ ਹੈ, ਕਹਿੰਦਾ ਤੂੰ ਜਾ ਤਾਂ ਸਹੀ, ਉਹ ਜਾਣੀ ਜਾਣੇ। ਚਲੋ ਜੀ ਤੁਰ ਪਿਆ ਹੈ। ਹੁਣ ਭਗਵਾਨ ਨੇ ਦੇਖਿਆ ਵੀ ਮੇਰਾ ਬਚਪਨ ਦਾ ਮਿੱਤਰ ਆ ਰਿਹਾ ਤੁਰਿਆ, ਜੁੱਤੀ ਵੀ ਪੁਰਾਣੀ ਵਿਚਾਰੇ ਦੀ। ਭਗਵਾਨ ਨੇ ਕ੍ਰਿਸ਼ਨ ਮੈਂ ਆਪਣਾ ਰੂਪ ਬਦਲਿਆ, ਰਥ ਲੈ ਕੇ ਮਗਰੋਂ ਲੰਘ ਰਿਹਾ। ਜਦੋਂ ਬਰਾਬਰ ਆਇਆ ਨਾ, ਕਹਿੰਦੇ ਭਾਈ ਕਿੱਥੇ ਜਾਣਾ ਹੈ? ਕਹਿੰਦੇ ਮੈਂ ਨਾ ਕ੍ਰਿਸ਼ਨ ਮਹਾਰਾਜ ਨੂੰ ਮਿਲਣ ਜਾਣਾ ਹੈ। ਕਹਿੰਦੇ ਤੂੰ ਉਹਨੂੰ ਕਿਵੇਂ ਜਾਣਦਾ? ਕਹਿੰਦੇ ਮੇਰੇ ਬਚਪਨ ਦੇ ਦੋਸਤ ਨੇ। ਕਹਿੰਦੇ ਮੈਂ ਵੀ ਉਹਨਾਂ ਦੇ ਨੇੜੇ ਲੰਘਣਾ, ਮੈਂ ਵੀ ਉਸੇ ਸ਼ਹਿਰ 'ਚ ਹੀ ਜਾਣਾ। ਤੂੰ ਕਿੱਥੇ ਤੁਰੇ ਜਾ? ਬਹਿ ਜਾ ਮੇਰੇ ਰਥ 'ਚ। ਬਹਿ ਗਿਆ। ਹੁਣ ਭਗਵਾਨ ਦੇ ਰਥ ਨੇ ਕਿਹੜਾ ਕੁੱਟੀ ਚਿਕੂ ਕਰਕੇ ਤੁਰਨਾ ਸੀ, ਉਹ ਤਾਂ ਫਟਾਫਟ ਆ ਗਿਆ। ਜਦੋਂ ਨੇੜੇ ਆ ਗਏ ਨਾ, ਮਹਿਲਾਂ ਤੋਂ ਥੋੜ੍ਹੀ ਦੂਰ, ਕਹਿੰਦੇ ਭਾਈ ਮੈਂ ਤਾਂ ਹੋਰ ਪਾਸੇ ਜਾਣਾ, ਤੂੰ ਇੱਥੇ ਉਤਰ ਜਾ, ਉਹ ਸਾਹਮਣੇ ਉਹਨਾਂ ਦਾ ਮਹਿਲ ਹੈ, ਉੱਥੇ ਚਲੇ ਜਾ। ਅਤੇ ਭਗਵਾਨ ਦੂਜੇ ਪਾਸਿਓਂ ਅੰਦਰ ਆ ਗਏ ਨੇ, ਆਪਣੇ ਤਖ਼ਤ 'ਤੇ ਬੈਠ ਗਏ ਨੇ। ਜੁੱਤੀ ਲਾਈ ਹੋਈ ਹੈ ਕਿਉਂਕਿ ਉੱਤੇ ਤਖ਼ਤ 'ਤੇ ਬੈਠਣਾ ਸੀ। ਇੰਨੇ ਚਿਰ ਨੂੰ ਸੁਦਾਮਾ ਜੀ ਵੀ ਆ ਗਏ ਨੇ। ਸੁਦਾਮਾ ਜੀ ਹੁਣ ਕਹਿੰਦੇ ਯਾਰ ਕਦੇ ਆਪਣੇ ਕੱਪੜਿਆਂ ਨੂੰ ਵੇਖਦੇ ਹਾਂ, ਕਦੇ ਜੁੱਤੀ ਨੂੰ ਵੇਖਦੇ ਹਾਂ, ਵੀ ਮੇਰੇ ਮੈਲੇ ਕੱਪੜੇ ਹੈ, ਫਟੀ ਜੁੱਤੀ, ਇਹ ਤਾਂ ਬੱਲੇ ਬੱਲੇ ਬਹਿਲ ਹੈ। ਉਹ ਸੰਗ ਦਾ ਅੰਦਰ ਨਹੀਂ ਜਾਂਦਾ। ਦੁਆਰਪਾਲ ਜਿਹੜਾ ਗੇਟ ਕੀਪਰ ਉਹਨੇ ਦੇਖਿਆ ਕੋਈ ਅਜਨਬੀ ਖੜ੍ਹਾ ਹੈ। ਕਹਿੰਦੇ ਭਾਈ ਤੂੰ ਕਿਹਨੂੰ ਮਿਲਣਾ ਹੈ? ਕਹਿੰਦੇ ਜੀ ਮੈਂ ਕ੍ਰਿਸ਼ਨ ਮਹਾਰਾਜ ਨੂੰ ਮਿਲਣਾ। ਉਹ ਕਹਿੰਦਾ ਤੂੰ ਮਿਲਣਾ, ਤੂੰ ਕਿਵੇਂ ਨਾ ਜਾਣਦਾ? ਕਹਿੰਦੇ ਮੇਰਾ ਨਾਂ, ਮੈਂ ਉਹਨਾਂ ਦਾ ਬਚਪਨ ਦੋਸਤ ਹਾਂ। ਕੀ ਤੇਰਾ ਨਾਂ ਹੈ? ਕਹਿੰਦਾ ਮੇਰਾ ਨਾਂ ਸੁਦਾਮਾ ਹੈ। ਕਹਿੰਦੇ ਖੜ ਮੈਂ ਜਾ ਕੇ ਦੱਸਦਾ। ਉਹ ਕ੍ਰਿਸ਼ਨ ਮਹਾਰਾਜ ਨੇ ਕਹਿੰਦੇ ਜੀ ਤੁਹਾਡਾ ਕੋਈ ਬਚਪਨ ਦਾ ਦੋਸਤ ਸੁਦਾਮਾ ਆਇਆ ਕੋਈ ਤੁਹਾਨੂੰ ਮਿਲਣ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨਾ ਜੁੱਤੀ ਨਹੀਂ ਪਾਈ ਕ੍ਰਿਸ਼ਨ ਮਹਾਰਾਜ ਨੇ, ਭੱਜ ਲਏ ਉੱਠ ਕੇ ਗੇਟ 'ਤੇ ਆ, ਜੱਫੀ ਪਾ ਲਈ। ਕਹਿੰਦੇ ਤੂੰ ਬਾਹਰ ਖੜਾ, ਅੰਦਰ ਕਿਉਂ ਨਹੀਂ ਆਇਆ? ਆਪਣਾ ਸਿੰਘਾਸਣ 'ਤੇ ਬਿਠਾ ਲਿਆ ਸੁਦਾਮਾ ਜੀ ਨੂੰ। ਸਿੰਘਾਸਣ 'ਤੇ ਬਿਠਾ ਕੇ ਗੱਲਾਂ ਬਾਤਾਂ ਕਰਦੇ ਨੇ, ਪਾਣੀ ਪੂਣੀ ਪੁੱਛਿਆ ਹੈ। ਫਿਰ ਕਹਿੰਦੇ ਹਾਂ ਭਾਈ ਮੇਰੀ ਭਰਜਾਈ ਨੇ ਜ਼ਰੂਰ ਮੇਰੇ ਲਈ ਕੁਛ ਭੇਜਿਆ ਹੋਣਾ। ਉਹ ਭੇਜੇ ਸੀ, ਇੱਕ ਗੁੜ ਦੀ ਰੋੜੀ ਭੇਜੀ ਸੀ ਅਤੇ ਥੋੜ੍ਹੇ ਚੌਲ ਭੇਜੇ ਸਨ ਪੱਲੇ ਬੰਨ੍ਹ ਕੇ। ਉਹ ਵਿਚਾਰਾ ਸੰਗਦਾ ਵੀ ਕਿੱਥੇ ਆ। ਉਹ ਕਹਿੰਦੇ ਨਹੀਂ ਜ਼ਰੂਰ ਭੇਜਿਆ ਹੋਏਗਾ, ਮੇਰੀ ਭਰਜਾਈ ਨੇ ਮੇਰੇ ਖਾਣ ਲਈ ਜ਼ਰੂਰ ਕੁਛ ਭੇਜਿਆ ਹੈਗਾ। ਸੰਗ ਨਾ ਲਾਗੇ ਫਰੋਲਣ ਉਹਦੀ ਜੇਬ ਨਿਕਲੇ, ਚੌਲ ਨਿਕਲੇ।
ਨਾਲੇ ਚੌਲ ਖਾਈ ਚੱਬੀ ਜਾਂਦੇ ਨੇ, ਨਾਲੇ ਵਰ ਦੇਈ ਜਾਂਦੇ ਨੇ। ਚਲੋ ਜੀ 15 ਦਿਨ ਲੰਘ ਗਏ, ਮਹੀਨਾ ਲੰਘ ਗਿਆ, ਭਗਵਾਨ ਨੇ ਉਹਦੇ ਹੁਕਮ ਕਰਤਾ ਕੋਠੀ ਬਣਾ ਦਿਓ। ਉਹਦੇ ਜਿਹੜੇ ਸਾਰੇ ਛੰਨ ਛੱਪੜੀ ਢਾਹ ਢੂ ਦਿੱਤੀ, ਨਵਾਂ ਘਰ ਬਣ ਗਿਆ, ਸਾਰਾ ਫਰਨੀਚਰ ਨਾਲ ਭਰਤਾ, ਸਾਰਾ ਕੁਛ ਹੈ ਜੀ। ਅਤੇ ਜਦੋਂ ਸਾਰਾ ਤਿਆਰ ਹੋ ਗਿਆ, ਕਹਿੰਦੇ ਸੁਦਾਮਾ ਜੀ ਸਾਡੀ ਭਰਜਾਈ ਯਾਦ ਕਰਦੀ, ਜਿਹੜੇ ਕਈ ਮਹੀਨੇ ਹੋ ਗਏ। ਕਹਿੰਦਾ ਜੀ ਹਾਂ, ਤੁਸੀਂ ਆਗੇ ਹੀ ਨਹੀਂ ਸੀ ਮੈਨੂੰ ਜਾਣ ਦੀ। ਕਹਿ ਚੱਲ ਕੋਈ ਨਹੀਂ, ਫਿਰ ਹੁਣ ਤੂੰ ਚਲਿਆ ਜਾ, ਯਾਦ ਕਰਦੀ ਤੈਨੂੰ। ਹਾਂਜੀ, ਅਤੇ ਚਲੋ ਭੇਜ ਤਾ। ਜਦੋਂ ਪਹੁੰਚਿਆ ਘਰ, ਉਹਨੂੰ ਕੀ ਪਤਾ ਸੀ? ਉਹ ਕਹਿੰਦਾ ਓਹੋ, ਮੈਂ ਗਰੀਬ ਸੀ, ਘਰ ਦੇ ਜੀਆਂ ਨੂੰ ਖਾਣ ਨੂੰ ਹੀ ਕੁਛ ਨਹੀਂ ਸੀ। ਉਹ ਤਾਂ ਘਰ ਛੱਡ ਕੇ ਚਲੇ ਗਏ ਵਿਚਾਰੇ, ਮਗਰ ਗਰੀਬੀ ਦੇ ਮਾਰੇ ਇਹ ਕਿਸੇ ਨੇ ਅਮੀਰ ਨੇ ਮੇਰੀ ਝੌਂਪੜੀ ਢਾਹ ਕੇ ਨਾ ਇੱਥੇ ਵੱਡੀ ਸਾਰੀ ਕੋਠੀ ਪਾ ਲਈ ਹੈ। ਬਾਹਰ ਖੜ੍ਹਾ, ਅੰਦਰੋਂ ਪੁੱਤਰ ਨਿਕਲਿਆ, ਨਵੇਂ ਕੱਪੜੇ ਪਾਏ ਹੋਏ, ਭੱਜਿਆ ਬਾਪੂ ਵੇ, ਜੋ ਵੀ ਕਹਿੰਦੇ ਹੋਣਗੇ ਉਦੋਂ ਆ ਕੇ ਜੱਫੀ ਪਾ ਲਈ। ਕਹਿੰਦੇ ਬਾਪੂ ਤੂੰ ਬਾਹਰ ਖੜ੍ਹਾ ਹੈ, ਅੰਦਰ ਕਿਉਂ ਨਹੀਂ ਆਉਂਦਾ? ਉਹ ਕਹਿੰਦਾ ਵੀ ਇਹ ਘਰ ਕਿਹਦਾ ਹੈ? ਕਹਿੰਦਾ ਆਪਣਾ ਘਰ ਹੈ, ਆਓ ਤੁਸੀਂ ਅੰਦਰ, ਦੱਸਦੇ ਅਸੀਂ ਤੁਹਾਨੂੰ। ਕਹਿੰਦੇ ਇੱਥੇ ਇੱਕ ਬਹੁਤ ਅਮੀਰ ਆਦਮੀ ਆਇਆ ਸੀ, ਉਹ ਨਾ ਮਿਸਤਰੀ ਮਜ਼ਦੂਰ ਲੈ ਕੇ ਆਇਆ ਸੀ ਸਾਰਾ ਸਮਾਨ। ਉਹ ਤਾਂ ਕੁਝ ਦਿਨਾਂ 'ਚ ਘਰ ਪਾ ਗਏ, ਫਿਰ ਉਹ ਗੱਡਾ ਸਮਾਨ ਦਾ ਭਰ ਕੇ ਲਿਆਏ। ਬਾਪੂ ਦੇਖ ਅੰਦਰ ਆ ਕੇ, ਉਹ ਸਭ ਕੁਛ ਅੰਦਰ, ਖਾਣ ਪੀਣ ਬੜਾ ਕੁਛ ਹੈ। ਫਿਰ ਉਹ ਸਮਝਿਆ ਵੀ ਓਹੋ, ਇਹ ਤਾਂ ਕ੍ਰਿਸ਼ਨ ਮਹਾਰਾਜ ਨੇ ਸਾਰਾ ਕੁਛ ਕੀਤਾ ਹੈ। ਇਹ ਹੈ ਲਾਡ ਲਡਾਉਣੇ। ਭਗਤ ਰੱਬ ਨੂੰ ਪਿਆਰ ਕਰਦਾ ਅਤੇ ਰੱਬ ਫਿਰ ਆਪਣੇ ਭਗਤ ਨੂੰ ਪਿਆਰ ਕਰਦਾ ਹੈ। ਇਸ ਲਈ ਕਹਿੰਦੇ ਹੋਂ ਮਾਣ ਤਾਣ ਕਰੋ ਤੇਰਾ, ਹੋਂ ਜਾਨੋ ਆਪਾ, ਸਭ ਹੀ ਮਦ ਸਭੈ ਤੇ ਬਾਹਰ, ਬੇਮੁਹਤਾਜ ਬਾਪਾ। ਹੇ ਪਰਮਾਤਮਾ, ਹੋਂ ਮਾਣ ਤਾਣ ਕਰੋ ਤੇਰਾ, ਮੈਨੂੰ ਤਾਂ ਤੇਰੇ 'ਤੇ ਮਾਣ ਹੈ, ਮੈਨੂੰ ਤਾਂ ਤੇਰਾ ਹੀ ਤਾਣ ਹੈ, ਓਟ ਆਸਰਾ ਹੈ, ਤਾਕਤ ਹੈ। ਮੈਂ ਤਾਂ ਤੇਰੇ 'ਤੇ ਹੀ ਮਾਣ ਕਰਦਾ, ਤੂੰ ਹੀ ਮੇਰਾ ਤਾਣ ਹੈ। ਹੋਂ ਜਾਨੂ ਆਪਾ, ਮੈਂ ਤਾਂ ਤੈਨੂੰ ਆਪਣਾ ਸਮਝਦਾ ਹਾਂ। ਇਹ ਪਰਮਾਤਮਾ, ਮੈਂ ਤਾਂ ਤੈਨੂੰ ਆਪਣਾ ਸਮਝਦਾ ਹਾਂ, ਮੈਂ ਤੇਰੇ 'ਤੇ ਮਾਣ ਕਰਦਾ ਹਾਂ। ਸਭ ਹੀ ਮਦ, ਤੂੰ ਸਾਰਿਆਂ ਦੇ ਵਿੱਚ ਹੈ, ਸਭੈ ਤੇ ਬਾਹਰ, ਅਤੇ ਤੂੰ ਸਾਰੇ ਤੋਂ ਬਾਹਰ ਵੀ ਹੈ। ਬੇਮੁਹਤਾਜ ਬਾਪਾ, ਤੂੰ ਤਾਂ ਬੇਮੁਹਤਾਜ ਬਾਪ ਹੈ, ਤੈਨੂੰ ਕਿਹਦੀ ਮੁਹਤਾਜੀ ਨਹੀਂ ਹੈ, ਤੂੰ ਤਾਂ ਬੇਮੁਹਤਾਜ ਹੈ। ਪਿਤਾ ਹੋਂ ਜਾਨੂ ਨਾਹੀਂ, ਤੇਰੀ ਕਵਣ ਜੁਗਤਾ, ਬੰਧਨ ਮੁਕਤ ਸੰਤੋ, ਮੇਰੀ ਰੱਖ ਹੈ ਮਮਤਾ। ਪਿਤਾ ਹੋਂ ਜਾਨੋ ਨਾਹੀਂ, ਤੇਰੀ ਕਵਣ ਜੁਗਤ। ਹੇ ਪਰਮਾਤਮਾ, ਹੇ ਪਿਤਾ, ਮੈਨੂੰ ਤਾਂ ਪਤਾ ਹੀ ਨਹੀਂ ਵੀ ਤੈਨੂੰ ਸੰਸਾਰ ਨੂੰ ਚਲਾਉਣ ਦੀ ਤੇਰੀ ਕਿਹੜੀ ਜੁਗਤ ਹੈ। ਤੂੰ ਕਿਸ ਜੁਗਤ ਨਾਲ ਇਸ ਸੰਸਾਰ ਨੂੰ ਚਲਾ ਰਹੇ, ਤੇ ਮੈਨੂੰ ਪਤਾ ਹੀ ਨਹੀਂ ਹੈਗਾ। ਬੰਧਨ ਮੁਕਤ ਸੰਤੋ, ਮੇਰੀ ਰੱਖ ਹੈ ਮਮਤਾ। ਪਰਮਾਤਮਾ ਬੰਧਨਾਂ ਤੋਂ ਮੁਕਤ ਹੈ। ਇਹ ਸੰਤੋ, ਪਰਮਾਤਮਾ ਹਰ ਬੰਧਨ ਤੋਂ ਮੁਕਤ ਹੈ। ਉਹੀ ਮੇਰੇ ਪਿਆਰ ਦੀ ਲਾਜ ਰੱਖੇਗਾ। ਮਮਤਾ ਪਿਆਰ ਨੂੰ ਕਹਿੰਦੇ, ਮੋਹ ਨੂੰ ਕਹਿੰਦੇ। ਮੇਰੀ ਰੱਖ ਹੈ ਮਮਤਾ, ਉਹ ਮੇਰੇ ਪਿਆਰ ਦੀ ਰੱਖਿਆ ਕਰੇਗਾ। ਪਏ ਕਿਰਪਾਲ ਠਾਕੁਰ, ਰਹਿਓ ਆਵਣ ਜਾਣਾ, ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਪਏ ਕਿਰਪਾਲ ਠਾਕੁਰ, ਜਿਹਦਾ ਪਰਮਾਤਮਾ ਕਿਰਪਾਲੂ ਹੋ ਗਿਆ, ਰਹਿਓ ਆਵਣ ਜਾਣਾ, ਜੰਮਣ ਮਰਨਾ ਖਤਮ ਹੋ ਗਿਆ। ਪਰਮਾਤਮਾ ਕਿਰਪਾਲੂ ਹੋ ਗਿਆ, ਜੰਮਣ ਮਰਨਾ ਹੀ ਖਤਮ ਕਰ ਦਿੱਤਾ ਹੈ। ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਗੁਰੂ ਨੂੰ ਮਿਲ ਕੇ ਕਹਿੰਦੇ ਅਸੀਂ ਤਾਂ ਪਰਮਾਤਮਾ ਨੂੰ ਪਹਿਚਾਣ ਲਿਆ ਹੈ, ਉਸ ਨੂੰ ਜਾਣ ਲਿਆ ਹੈ, ਕਿਉਂਕਿ ਗਿਆਨ ਗੁਰੂ ਨੇ ਕਰਵਾਉਣਾ ਹੈ। ਕਿਉਂਕਿ ਜੋ ਪਰਮਾਤਮਾ ਨੂੰ ਜਾਣਦਾ ਹੈ, ਉਹੀ ਸਾਨੂੰ ਪਰਮਾਤਮਾ ਨਾਲ ਮਿਲਾ ਸਕਦਾ ਹੈ। ਦੂਜਾ ਤਾਂ ਸਿਰਫ ਉਂਝ ਦੱਸ ਸਕਦਾ ਹੈ। ਅਸੀਂ ਤੁਹਾਨੂੰ ਪੜ੍ਹਿਆ ਹੋਇਆ ਬਾਣੀ 'ਚ ਰੱਬ ਬਾਰੇ ਪੜ੍ਹਿਆ ਹੋਇਆ ਤੁਹਾਨੂੰ ਸਿਰਫ ਦੱਸ ਸਕਦੇ ਹਾਂ। ਖੰਡ ਨੇ
ਪੜ੍ਹੇ ਹੋਏ ਨੇ, ਠੀਕ ਹੈ, ਉਹ ਦੱਸ ਸਕਦੇ ਹਾਂ ਜੀ ਇਹ ਧਰਮ ਖੰਡ ਹੈ ਜੀ। ਉੱਧਰ ਅੱਗੇ ਫਿਰ ਗਿਆਨ ਖੰਡ ਆਏਗਾ ਜੀ, ਫਿਰ ਜਿਹੜਾ ਹੈ ਸ਼ਰਮ ਖੰਡ ਹੋਏਗਾ ਜੀ, ਫਿਰ ਕਰਮ ਖੰਡ ਹੋਏਗਾ, ਫਿਰ ਸੱਚਖੰਡ ਹੋਏਗਾ। ਉਹ ਤਾਂ ਪੜ੍ਹਿਆ ਹੋਇਆ ਹੈ। ਇੱਕ ਹੈ ਇਹਨਾਂ ਵਿੱਚੋਂ ਲੰਘਿਆ ਹੋਇਆ ਹੈ, ਉਹ ਤਾਂ ਐਨ ਅੱਗੇ ਸੀਨ ਤੁਹਾਡੇ ਸਾਹਮਣੇ ਖਿੱਚ ਕੇ ਰੱਖ ਦੇਗਾ। ਦੇਖਿਆ ਹੈ ਨਾ, ਦੇਖਿਆ ਹੋਇਆ। ਇੱਕ ਨੇ ਬੰਬੇ ਬਾਰੇ ਪੜ੍ਹਿਆ ਹੋਇਆ ਹੈ, ਇੱਕ ਨੇ ਬੰਬਈ ਵੇਖੀ ਹੈ। ਇੱਕ ਨੇ ਕਸ਼ਮੀਰ ਬਾਰੇ ਸਿਰਫ ਪੜ੍ਹਿਆ ਹੋਇਆ ਹੈ, ਇੱਕ ਨੇ ਕਸ਼ਮੀਰ ਦੇਖਿਆ ਹੋਇਆ ਹੈ। ਫਰਕ ਹੈ। ਇੱਕ ਨੇ ਕਿਤਾਬਾਂ ਜਹਾਜ਼ ਬਾਰੇ ਪੜ੍ਹਿਆ ਹੋਇਆ ਹੈ, ਇੱਕ ਨੇ ਜਹਾਜ਼ 'ਚ ਬਹਿ ਕੇ ਦੇਖਿਆ ਹੋਇਆ। ਦੋਨੋਂ ਹੀ ਵਰਣਨ ਕਰ ਰਹੇ ਜਹਾਜ਼ ਦਾ, ਫਰਕ ਹੋਵੇਗਾ। ਇਸ ਲਈ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਗੁਰੂ ਨੂੰ ਮਿਲ ਕੇ ਕਹਿੰਦੇ ਸੀ ਪਰਮਾਤਮਾ ਦੀ ਪਹਿਚਾਣ ਕਰ ਲਈ ਹੈ। ਸ਼੍ਰੀ ਰਾਗ ਮਹਿਲਾ ਪੰਜਵਾਂ ਘਰ ਪਹਿਲਾ। ਸੰਤ ਜਨਾਂ ਮਿਲ ਭਾਈਆਂ, ਕਟੜਿਆ ਜਮਕਾਲ। ਸੱਚਾ ਸਾਹਿਬ ਮਨ ਬੁੱਠਾ, ਹੋਆ ਖਸਮ ਦਇਆਲ। ਪੂਰਾ ਸਤਿਗੁਰ ਭੇਟਿਆ, ਬਿਨਸਿਆ ਸਭ ਜੰਜਾਲ। ਸੰਤ ਜਨਾਂ ਮਿਲ ਭਾਈਆਂ, ਸੰਤ ਜਨ ਜਿਹੜੇ ਨੇ ਇਹਨਾਂ ਭਰਾਵਾਂ ਨੂੰ ਮਿਲ ਕੇ, ਸੰਤ ਜੋ ਭਰਾ ਨੇ ਇਹਨਾਂ ਨੂੰ ਮਿਲ ਕੇ ਕਟੜਿਆ ਜਮਕਾਲ। ਅਸੀਂ ਜਮ ਦੀ ਫਾਹੀ ਕੱਢ ਦਿੱਤੀ ਹੈ, ਜਮਾਂ ਦੀ ਫਾਹੀ ਹੀ ਕੱਢ ਦਿੱਤੀ ਹੈ। ਹੁਣ ਨਹੀਂ ਸਾਨੂੰ ਜਮਦੂਤ ਲੈਣ ਆਉਣਗੇ, ਕਿਉਂਕਿ ਅਸੀਂ ਸੰਤਾਂ ਦੀ ਸੰਗਤ ਕਰਦੇ ਹਾਂ, ਉਹਨਾਂ ਦੇ ਨਾਲ ਰਹਿੰਦੇ ਹਾਂ। ਇਸ ਕਰਕੇ ਸੰਤ ਸਾਡੇ ਭਰਾ ਨੇ, ਉਹਨਾਂ ਨੂੰ ਮਿਲ ਕੇ ਅਸੀਂ ਜਮ ਕਾਲ, ਮੌਤ ਦਾ ਜਮ, ਉਹਦੀ ਫਾਹੀ ਕੱਟ ਦਿੱਤੀ ਹੈ। ਸੱਚਾ ਸਾਹਿਬ ਮਨ ਉਠਾ, ਹੋਆ ਖਸਮ ਦਿਆਲ। ਜਦੋਂ ਪਰਮਾਤਮਾ ਦਿਆਲੂ ਹੋ ਗਿਆ, ਫਿਰ ਪਰਮਾਤਮਾ ਮਨ ਦੇ ਵਿੱਚ ਵਸ ਗਿਆ, ਉਹ ਦਿਆਲੂ ਹੋ ਜਾਂਦਾ। ਜਦੋਂ ਆਪਾਂ ਸਹੀ ਕਰਮ ਕਰੀਏ ਅਤੇ ਨਾਮ ਜਪਦੇ ਰਹੀਏ, ਇੱਕ ਦਿਨ ਪਰਮਾਤਮਾ ਸਾਡੇ 'ਤੇ ਕਿਰਪਾ ਕਰ ਦਿੰਦਾ ਹੈ, ਫਿਰ ਉਹਦੇ ਨਾਲ ਮੇਲ ਹੋ ਜਾਂਦਾ। ਬਸ ਆਹੀ ਹੈ। ਅਸੀਂ ਆਪਣੀ ਡਿਊਟੀ ਕਰਦੇ ਰਹਿਣਾ, ਪਰਮਾਤਮਾ ਨੇ ਆਪਣੀ ਕਰਨੀ ਹੈ। ਸ਼ੁਭ ਕਰਮ ਕਰਦੇ ਜਾਓ ਅਤੇ ਨਾਮ ਜਪਦੇ ਜਾਓ। ਬਸ ਇਹ ਸਮਝਣਾ ਪਰਮਾਤਮਾ ਮੇਰੀ ਡਿਊਟੀ ਲਾਈ ਨਾਮ ਜਪਣ ਦੀ, ਮੈਂ ਡਿਊਟੀ ਕਰ ਰਿਹਾ, ਕੋਈ ਆਸਾਨ ਨਹੀਂ ਕਰ ਰਿਹਾ ਪਰਮਾਤਮਾ। ਉਹ ਕਹਿੰਦਾ ਮੈਂ ਤੈਨੂੰ ਮਨੁੱਖਾ ਜੀਵਨ ਦਿੱਤਾ, ਹੁਣ ਤੂੰ ਮੇਰਾ ਨਾਮ ਜਪ। ਬਸ ਜਿਵੇਂ ਸਰਕਾਰ ਮੈਨੂੰ ਪਹਿਲਾਂ ਲੋਨ ਦੇ ਦੇਵੇ ਅਤੇ ਫਿਰ ਕਿ ਹੁਣ ਕਿਸ਼ਤਾਂ ਭਰਦਾ ਰਹਿ, ਜੇ ਭਰਦਾ ਰਹਿ, ਫਿਰ ਇਹਨੇ ਥੋੜ੍ਹੇ ਦਿਨ ਪਹਿਲਾਂ ਲੋਨ ਦੇ ਦਿੱਤੇ। ਇੱਕ ਬਣਿਆ ਬਣਾਇਆ ਘਰ ਮੈਨੂੰ ਸਰਕਾਰ ਮੰਨ ਲਓ ਦੇ ਦਿੰਦੀ ਹੈ, ਅਤੇ ਉਹਦੀ ਕਿਸ਼ਤਾਂ ਬਣ ਦਿੰਦੀ ਹੈ ਵੀ ਹਰ ਮਹੀਨੇ ਇੰਨੇ ਲਾ ਦਿਆ ਕਰ, ਘਰ ਆ ਚੱਕ ਘਰ ਰਹਿ ਲਾ ਅੱਜ ਤੋਂ ਹੀ। ਇਸ ਤਰ੍ਹਾਂ ਪਰਮਾਤਮਾ ਮੈਂ ਤੈਨੂੰ ਮਨੁੱਖਾ ਸਰੀਰ ਦਿੱਤਾ, ਹੁਣ ਸਾਰੀ ਉਮਰ ਮੇਰਾ ਨਾਮ ਜਪੀ ਜਾ। ਬਸ ਇਹ ਵਿਆਜ ਹੈ, ਇਹ ਕਿਸ਼ਤਾਂ ਨੇ, ਨਹੀਂ ਲਾਓਗੇ ਤਾਂ ਖੜਾ। ਕਿਸ਼ਤਾਂ ਖੜੀਆਂ ਨੇ, ਅਗਲੇ ਜਨਮ 'ਚ ਵੱਧ ਜਾਏਗਾ ਕਰਜ਼ਾ। ਅਤੇ ਕਰਜ਼ਾ ਉਤਾਰਨ ਆਇਆ, ਕਰਜ਼ਾ ਉਤਾਰਨ, ਨਹੀਂ ਤਾਂ ਕਰਜ਼ਾ ਵੱਧਦਾ ਜਾਏਗਾ, ਨਹੀਂ ਉਤਾਰਾਂਗੇ ਤਾਂ। ਸੋ ਤਾਂ ਕਹਿੰਦੇ ਪੂਰਾ ਸਤਿਗੁਰ ਭੇਟਿਆ, ਬਿਨਸਿਆ ਸਭ ਜੰਜਾਲ। ਜਦ ਪੂਰਾ ਗੁਰੂ ਮਿਲ ਪਿਆ, ਕਹਿੰਦੇ ਸਾਰੇ ਝੰਜਟ ਹੀ ਖਤਮ ਹੋ ਗਏ। ਇਹ ਮਨੁੱਖ ਜੰਜਾਲਾਂ 'ਚ ਫਸਿਆ ਹੋਇਆ ਹੈ, ਆਪ ਹੀ ਇਹਨੇ ਵਕਤ ਖੜ੍ਹਾ ਕੀਤਾ ਹੋਇਆ ਹੈ। ਜੀਵਨ ਤਾਂ ਸਿੰਪਲ ਹੀ ਸੀ, ਇਹਨੇ ਕੰਪਲੀਕੇਟਡ ਬਣਾ ਲਿਆ ਸੀ। ਅਸੀਂ ਆਪਣੀ ਲਾਈਫ ਨੂੰ ਆਪ ਹੀ ਕੰਪਲੀਕੇਟਡ ਬਣਾ ਰਹੇ ਹਾਂ, ਨਹੀਂ ਤਾਂ ਸਿੰਪਲ ਜਿਹੀ ਲਾਈਫ ਹੈ ਨਾ, ਇਹਨੂੰ ਕੰਪਲੀਕੇਟਡ ਬਣਾ ਲਿਆ। ਦਵਾਨੀ ਦਾ ਜਵਾਕ ਹੈ, ਇਹਦਾ ਕਿਤੇ ਵੇਖ ਲਿਆ, ਸਾਡੇ ਗਾਂਧੀ ਦਾ ਮੋਟਰਸਾਈਕਲ, ਸਕੂਟਰ ਨਾ ਸਾਈਕਲ, ਉਹ 11,000 ਦਾ ਮੋਟੇ ਮੋਟੇ ਪਹੀਆਂ ਵਾਲਾ। ਯੂਪੀ ਤੋਂ ਮੇਰੇ ਭਾਣਜੇ ਦਾ ਮੁੰਡਾ ਆਇਆ ਹੋਇਆ ਸੀ, ਕਹਿੰਦਾ ਮੈਂ ਵੀ ਵੱਡਾ ਹੋ ਕੇ ਨਾ ਆਹ ਸਾਈਕਲ ਲਾਂਗਾ। ਦੱਸ ਹੁਣੇ, ਇਹ ਹੁਣੇ ਵੀ ਆਹ ਸਾਈਕਲ ਲਾਂਗਾ। ਮੈਂ ਦਿਲ ਸੋਚਿਆ ਕਾਕਾ ਜਦ ਤੂੰ ਵੱਡਾ ਨਾ ਉਹਨੇ ਚਿਰ ਬਣੇ ਹੋਰ ਕੀ ਆ ਜਾਣਾ, ਪਤਾ ਨਹੀਂ ਉਹਨੇ ਚਿਰ ਨੂੰ ਕੀ ਆ ਜਾਣਾ। ਇਹ ਮਨੁੱਖੀ ਇੱਛਾਵਾਂ ਪੈਦਾ ਕਰ ਕਰਕੇ ਫਿਰ ਸੋਚੀ ਜਾਂਦਾ।
ਉਹਦੇ ਬਾਰੇ ਵੀ ਆਟਾ 2 ਰੋਟੀਆਂ ਖਾਣੀਆਂ, 2 ਕੱਪੜੇ ਪਾਉਣੇ, ਉਂਝ ਹੀ ਬੰਦਾ ਵਕਤ ਨੂੰ ਫੜਿਆ ਹੋਇਆ, ਗੱਲ ਨਾ ਕੋਈ ਬਾਤ ਨਾ ਹੈ। ਅਜੇ ਸੋਝੀ ਨਹੀਂ ਨਾ ਆਈ। ਜਿੱਦੇ ਗਿਆਨ ਹੋਇਆ ਤੁਹਾਡਾ ਮਨ ਕਹੇਗਾ ਅੰਦਰੋਂ, ਉਹ ਬੰਦਿਆ ਆਹ 2-3 ਰੋਟੀਆਂ ਖਾਣੀਆਂ, 2-4 ਕੱਪੜੇ ਪਾਉਣੇ, ਕਿਉਂ ਐਵੇਂ ਵਕਤ ਨੂੰ ਫੜਿਆ ਹੋਇਆ, ਐਵੇਂ ਭੱਜਿਆ ਜਾਣਾ ਪ੍ਰਦੇਸਾਂ ਨੂੰ। ਉੱਥੇ ਕੀ ਹੈ? ਕੁਛ ਵੀ ਨਹੀਂ। ਉੱਥੇ ਗਿਆ ਹੀ ਪਤਾ ਲੱਗਦਾ ਵੀ ਉਹ ਐਵੇਂ ਹੀ ਆਏ। ਹੁਣ ਕੀ ਬਣਦਾ? ਹੁਣ ਤਾਂ ਆ ਗਏ, ਕਿਉਂ ਫਿਰ ਉੱਥੇ ਗਿਆ ਵਾਪਸ ਨਹੀਂ ਆਉਂਦਾ। ਇੱਕ ਬੜਿਆ ਉਹ ਜਾਂਦੇ ਐ ਨੇ ਵੀ ਹਾਂ ਆਪਾਂ ਦਰਖਤ ਹਿਲਾਵਾਂਗੇ ਅਤੇ ਗੁਰੂ ਨਾਨਕ ਕਹਿੰਦੇ ਨੇ ਮਠਿਆਈ ਡਿੱਗੇਗੀ, ਐਂ ਉੱਥੇ ਡਾਲਰ ਡਿੱਗਣਗੇ। ਜਦੋਂ ਜ਼ਿੰਦਗੀ 2-4 ਹੋਣਾ ਪੈਂਦਾ ਪਤਾ, ਫਿਰ ਪਤਾ ਲੱਗਦਾ। ਹਾਂਜੀ, ਕਿਆ ਭਾਵੇ ਕਦੀ। ਮਾਂ ਨੇ ਕਿਤੇ ਪੁੱਛ ਲਿਆ ਮੁੰਡੇ ਨੂੰ, ਮੈਂ ਕਾਕਾ ਕੀ ਹਾਲ ਜੇ? ਕਹਿੰਦਾ ਬੇਬੇ ਮੈਂ ਇਸ ਵੇਲੇ ਕਲੀ ਕਰ ਰਿਹਾ, ਅਜੇ ਨਾ ਮੈਨੂੰ ਟੈਲੀਫੋਨ ਕਰਨੀ ਅਤੇ ਮੇਰੇ ਪੈਸੇ ਕੱਟ ਜਾਣਗੇ। ਹਾਂਜੀ, ਕਹਿੰਦੇ ਅੱਛਾ ਤੂੰ ਕਲੀ ਕਰ ਰਿਹਾ? ਕਹਿੰਦਾ ਫਿਰ ਗੱਲ ਕਰਾਂਗਾ ਬਸ। ਕਲੀ ਕਰ ਵੀ ਕਲੀ ਕਰਨੀ, ਮੈਂ ਹੀ ਤਾਂ 600 ਰੁਪਏ ਦੇ ਦੇਣਾ ਰੋਜ਼ ਦੇ, ਲੈ ਕਲੀ ਕਰਨੀ ਹੈ। ਤੂੰ ਕਿੱਥੇ ਜਾਏਗਾ ਐਡੀ ਦੂਰ ਕਲੀ ਕਰਨ? ਤੂੰ 15 ਲੱਖ ਰੁਪਈਆ ਲਾ ਕੇ ਜਾਏਗਾ ਤਾਂ ਫਿਰ ਕਲੀ ਕਰੇਂਗਾ ਉੱਥੇ। ਅਤੇ 15 ਲੱਖ ਦੀ ਕਲੀ ਦੀ ਦੁਕਾਨ ਹੀ ਖੋਲ੍ਹ ਲੈ, ਅੱਗੇ ਰੱਖ ਲੈ ਕਲੀ ਕਰਨ ਵਾਲੇ। ਆ ਜਾਓ ਵੈਸੇ 4-5 ਲੱਖ ਲਾ ਦਿਓ ਦੁਕਾਨ 'ਤੇ, ਮੌਜ ਬਸ ਬੈਠੇ ਰਹੋ ਆਪਣਾ। ਉਹ ਮਾਲ ਰੱਖੋ ਜਿਹਦਾ ਤੁਹਾਨੂੰ ਗਿਆਨ ਹੈ, ਪੈਕਟਾਂ 'ਚ ਬੰਦ ਹੈ। ਹਾਂ ਜੀ ਬਾਬਾ ਜੀ 1 ਕਿੱਲੋ ਦਾਲ ਚਾਹੀਦੀ ਹੈ, ਛੋਲਿਆਂ ਦਾਲ 'ਚ ਲੈ ਪਿਆ ਲੈ ਜਾ, ਤੋਲਣ ਦੀ ਵੀ ਲੋੜ ਨਹੀਂ। ਮੈਂ ਅੱਜ ਕੱਲ੍ਹ ਪੈਕਟਾਂ 'ਚ ਹੀ ਆਉਂਦਾ ਜੀ। ਆਹ ਮਾਹਾਂ ਦੀ ਦਾਲ ਚਾਹੀਦੀ ਹੈ, ਚੱਕੇ ਪਏ ਆਹ ਲੈ ਜਾ ਪਏ। ਘਿਓ ਚਾਹੀਦਾ 1 ਕਿੱਲੋ, ਉਹ 'ਚ ਡੱਬਾ ਆਹ ਲੈ ਜਾ। ਹੋਰ 'ਚ ਕੀ ਹੈ? ਸਿਰਫ 1 ਸਾਲ ਦੁਕਾਨਦਾਰ ਦੇ ਨਾਲ ਲਾ ਲਓ, ਜਿਹੜਾ ਕੰਮ ਵੀ ਤੁਸੀਂ ਕਰਨਾ ਹੈ ਉਸ ਦੁਕਾਨ ਦੇ ਨਾਲ 1 ਸਾਲ ਲਾਓ, ਚਾਹੇ ਮੁਫਤ ਨੌਕਰੀ ਕਰੋ ਦੀ, ਚਾਹ ਪਾਣੀ ਤੁਹਾਨੂੰ ਪਿਲਾ ਦੇ, ਰੋਟੀ ਖਵਾ ਦਿਓ, ਸਾਲ ਦੇ ਵਿੱਚ ਤੁਹਾਨੂੰ ਉਸ ਕੰਮ ਦੀ ਜਾਂਚ ਆ ਜਾਏਗੀ। ਇਹ ਕਿੱਥੋਂ ਖਰੀਦੀ ਦਾ, ਕੀ ਪ੍ਰੋਫਿਟ ਲੈਣਾ, ਕੀ ਕੁਛ ਕਰਨਾ। ਉਹ ਤੋਂ ਬਾਅਦ ਆਪਣੀ ਖੋਲ੍ਹ ਲਓ। ਧੱਕੇ ਖਾਣ ਦੀ ਕੀ ਲੋੜ? ਪ੍ਰਦੇਸਾਂ ਜਾਈ ਜਾਣਾ। ਬਾਕੀ ਜਾਣਾ ਜਾਣਾ ਤਾਂ ਤੁਸੀਂ, ਮੈਂ ਕਿਹੜਾ ਜਾਣਾ। ਮੈਂ ਨਹੀਂ ਚਾਹੁੰਦਾ ਕਿ ਸਾਡੇ ਜਿਹੜੇ ਜਾਣੂ ਨੇ ਉਹ ਧੱਕੇ ਖਾਣ ਬਾਹਰ ਜਾ ਕੇ। ਹਾਂ, ਜਦੋਂ ਫਿਰ ਇੱਥੇ ਕੋਠੀ ਹੈ, ਉੱਥੇ ਫਿਰ ਬਣਾਏਗਾ, ਫਿਰ 25 ਸਾਲ ਉਹਦੀਆਂ ਕਿਸ਼ਤਾਂ ਲਾਏਗਾ, ਹੁਣ ਜਦੋਂ ਬੁੱਢਾ ਹੋ ਜਾਏਗਾ, ਜਦੋਂ ਨੂੰ ਕੋਠੀ ਦੀ ਕਿਸ਼ਤ ਪਹਿਲਾਂ 10 ਸਾਲਾਂ ਬਾਅਦ ਕਿਤੇ ਬਣੇਗੀ, 7-8 ਸਾਲ ਨੂੰ ਕਿਤੇ PR ਮਿਲੇਗੀ। ਉਹ ਵੀ ਕਈ ਲੱਖ ਰੁਪਈਆ ਉਹ ਲੈਂਦੇ ਨੇ PR ਦੇ, ਉਹ ਕਿਹੜਾ ਮੁਫਤ ਦੇ ਦਿੰਦੇ ਨੇ। ਹਾਂਜੀ ਨਾ, ਬੜੇ ਡਾਲਰ ਲੈਂਦੇ ਨੇ, ਕਿੰਨਾ ਪੈਸਾ ਤੁਹਾਡੇ ਤੋਂ ਲੈਣਗੇ, ਫਿਰ ਤੁਹਾਨੂੰ ਸਪੋਂਸਰ ਕਰਨਗੇ। ਹਾਂਜੀ, ਫਿਰ ਤੁਹਾਨੂੰ PR ਮਿਲੇਗੀ, ਤੁਹਾਡੇ ਸਾਹ 'ਚ ਸਾਹ ਆਵੇਗਾ। ਹਾਂਜੀ, ਉਸ ਤੋਂ ਬਾਅਦ ਸਾਹ ਆਉਂਦਾ, ਪਹਿਲਾਂ ਤਾਂ ਸਾਹ ਕਦੇ ਉੱਪਰ ਕਦੇ ਹੇਠਾਂ ਰਹਿੰਦਾ, ਫਿਰ ਸਾਹ 'ਚ ਸਾਹ, ਫਿਰ ਹੌਲੀ ਹੌਲੀ ਹੁਣ ਘਰ ਪਾਈਏ ਜੀ, ਫਿਰ 25 ਸਾਲ ਉਹ ਲਾਉਂਦੇ ਰਹੋ ਕਰਜ਼ਾ। ਇੱਥੇ ਕੋਠੀ ਬਣੀ ਬਣਾਈ ਛੱਡ ਕੇ ਜਾ ਰਹੇ ਨੇ, ਇਹਨੂੰ ਕਹਿੰਦੇ ਡੰਗਰ। ਹੋਰ ਕੀ ਹੁੰਦਾ? ਹੋਰ ਡੰਗਰ ਕਿਹਨੂੰ ਹੁੰਦਾ? ਇੰਨਾ ਵੀ ਉਹਦੇ ਸਿੰਘ ਨਹੀਂ ਵਸੇਗੇ, ਬਸ ਹੋਰ ਕੀ ਹੈ। ਗੱਲ ਤਾਂ ਸੋਚਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਮੇਰੇ ਸਤਿਗੁਰਾ ਹੂੰ ਤੁਧ ਬਿਟੋ ਕੁਰਬਾਨ, ਤੇਰੇ ਦਰਸ਼ਨ ਕੋ ਬਲਿਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ। ਮੇਰੇ ਸਤਿਗੁਰਾ, ਜਦੋਂ ਬੁਲਾਉਣਾ ਹੋਵੇ ਨਾ ਫਿਰ ਬਿੰਦੀ ਤੋਂ ਬਿਨਾਂ ਹੁੰਦਾ ਹੈ। ਸਤਿਗੁਰਾ, ਗੁਰਾ, ਪੰਡਤਾ ਆਪਾਂ ਇਹ ਕਹਿੰਦੇ ਫਿਰ। ਮੇਰੇ ਸਤਿਗੁਰਾ ਹੂੰ ਤੁਧ ਬਿਟੋ ਕੁਰਬਾਨ, ਬਿਟੋ ਮੈਨੇ ਤੂੰ, ਹੇ ਮੇਰੇ ਗੁਰੂ ਜੀ ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਹੁਣ ਸਵਾਲ ਪੈਂਦਾ ਕਿਉਂ ਬਈ? ਫਿਰ ਮਨ 'ਚ ਕਹੋ ਕਿਉਂ ਵੀ ਕੀ ਕੀਤਾ ਗੁਰੂ ਨੇ ਵੀ ਜੇ ਕੁਰਬਾਨ ਜਾਣਾ ਜੀ? ਕੁਛ ਕੀਤਾ ਹੀ ਹੋਊਗਾ ਨਾ। ਤੇਰੇ ਦਰਸ਼ਨ ਕੋ ਬਲਿਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ। ਮੈਂ ਤਾਂ ਤੇਰੇ ਦਰਸ਼ਨਾਂ ਤੋਂ ਬਲਿਹਾਰ ਜਾਂਦਾ ਹਾਂ। ਤੁਸ ਹੁੰਦਾ ਖੁਸ਼ ਹੋ ਕੇ, ਤੂੰ ਮੈਨੂੰ ਖੁਸ਼ ਹੋ ਕੇ ਨਾਮ ਦੀ ਦਾਤ ਦਿੱਤੀ ਹੈ।
ਕਹਿੰਦਾ ਮੈਂ ਇਸ ਲਈ ਬਲਿਹਾਰ ਹਾਂ ਤੇਰੇ ਤੋਂ, ਤੂੰ ਖੁਸ਼ ਹੋ ਕੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ। ਅੰਮ੍ਰਿਤ ਨਾਮ, ਉਹ ਨਾਮ ਜਿਹੜਾ ਮਨੁੱਖ ਨੂੰ ਅਮਰ ਕਰ ਦਿੰਦਾ ਹੈ। ਜਿਨ ਤੂੰ ਸੇਵਿਆ ਭਾਉ ਕਰ, ਸਈ ਪੁਰਖ ਸੁਜਾਨ, ਤਿੰਨਾ ਪਿੱਛੇ ਛੁਟੀਏ ਜਿਨ ਅੰਦਰ ਨਾਮ ਨਿਧਾਨ, ਗੁਰ ਜੇਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮ ਦਾਨ। ਜਿਨ ਤੂੰ ਸੇਵਿਆ ਭਾਉ ਕਰ, ਜਿਨ੍ਹਾਂ ਨੇ, ਜਿਨ ਨੰਨੇ ਨੂੰ ਸਿਆਰੀ ਨਹੀਂ ਹੈਗੀ ਇਸ ਲਈ ਬਹੁਵਚਨ ਹੈ। ਜਿਨ ਤੂੰ ਸੇਵਿਆ ਭਾਉ ਕਰ, ਭਾਉ ਬਣੇ ਪਿਆਰ, ਜਿਨ੍ਹਾਂ ਨੇ ਤੈਨੂੰ ਪਿਆਰ ਨਾਲ ਸਿਮਰਿਆ, ਤੇ ਸੇਵਿਆ ਦਾ ਭਾਵ ਸਿਮਰਿਆ, ਜਿਨ੍ਹਾਂ ਨੇ ਪਿਆਰ ਨਾਲ ਤੇਰਾ ਸਿਮਰਨ ਕੀਤਾ ਨਾ, ਸਹੀ ਪੁਰਖ ਸੁਜਾਨ, ਉਹੀ ਮਨੁੱਖ ਸਿਆਣੇ ਹਨ। ਸੁਜਾਨ ਸਿਆਣੇ ਹਨ। ਤਿੰਨਾਂ ਪਿੱਛੇ ਛੁੱਟੀਏ, ਉਹਨਾਂ ਬੰਦਿਆਂ ਦੇ ਮਗਰ ਲੱਗ ਕੇ ਕਹਿੰਦਾ ਮਨੁੱਖ ਦਾ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਂਦਾ। ਕਿਹਨਾਂ? ਜਿਨ ਅੰਦਰ ਨਾਮ ਨਿਧਾਨ, ਜਿਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ ਨਾ, ਉਹਨਾਂ ਦੀ ਸੰਗਤ ਕਰਕੇ ਬੰਦੇ ਦਾ ਆਪਣਾ ਵੀ ਛੁਟਕਾਰਾ ਹੋ ਜਾਂਦਾ। ਸੋ ਸੰਗਤ ਦੱਸਿਆ ਕਰਨੀ ਕਿਹਦੀ ਹੈ? ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਹੈ, ਉਹਨਾਂ ਦੀ ਸੰਗਤ ਕਰਨੀ ਹੈ। ਉਹਨਾਂ ਦੀ ਸੰਗਤ ਤਿੰਨ ਪਿੱਛੇ ਲੱਗ ਕੇ ਉਹਨਾਂ ਦੀ ਸੰਗਤ ਕਰਕੇ ਇਹ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਂਦਾ ਮਨੁੱਖ ਦਾ। ਗੁਰ ਜੇਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮ ਦਾਨ। ਗੁਰੂ ਜਿੱਡਾ ਕੋਈ ਦਾਤਾ ਨਹੀਂ, ਕਿਉਂਕਿ ਉਸਨੇ ਆਤਮ ਦਾਨ ਦਿੱਤਾ ਹੈ। ਆਤਮ ਦਾਨ ਦਾ ਨਾਮ ਦਾਨ, ਉਸਨੇ ਨਾਮ ਦਾਨ ਦਿੱਤਾ ਹੈ। ਇਹ ਸਭ ਤੋਂ ਵੱਡੀ ਦਾਤ ਹੈ। ਇਸ ਲਈ ਰੱਬ ਗੁਰੂ ਜਿੱਡਾ ਹੋਰ ਕੋਈ ਦਾਤਾ ਨਹੀਂ ਹੈ। ਆਏ ਸੇ ਪ੍ਰਵਾਨ ਹੈ, ਆਏ ਬਹੁਵਚਨ ਹੈ ਨਾ, ਇਸ ਲਈ ਸੇ ਅੱਗੋਂ ਸੇ ਵੀ ਬਹੁਵਚਨ। ਸੋ ਇੱਕ ਵਚਨ ਹੁੰਦਾ, ਸੇ ਬਹੁਵਚਨ ਹੁੰਦਾ। ਆਇਆ ਇੱਕ ਵਚਨ ਹੁੰਦਾ, ਆਏ ਬਹੁਵਚਨ ਹੁੰਦਾ। ਆਏ ਸੇ ਪ੍ਰਵਾਨ ਹੈ, ਉਹੀ ਆਏ ਹੋਏ ਪ੍ਰਵਾਨ ਹਨ ਜਿਨ ਗੁਰ ਮਿਲਿਆ ਸੁਭਾਏ, ਜਿਨ੍ਹਾਂ ਨੂੰ ਪਿਆਰ ਸਹਿਤ ਗੁਰੂ ਮਿਲ ਗਿਆ ਹੈ। ਇੱਕ ਹੁੰਦਾ ਸੁਭਾਏ, ਉਹਦੇ ਅੱਗੇ ਸਹਿਜ ਲੱਗਾ ਹੁੰਦਾ। ਜਦੋਂ ਸਹਿਜ ਲੱਗਾ ਫਿਰ ਪੜ੍ਹਨਾ ਸਹਿਜ ਸੁਭਾਏ, ਵੀ ਸਹਿਜ ਸੁਭਾਈ ਬਿਨਾਂ ਕਿਸੇ ਯਤਨ ਦੇ। ਸੁਭਾਏ ਚੰਗੀ ਭਾਵਨਾ ਨਾਲ ਪਿਆਰ ਸਹਿਤ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ, ਜਿਨ੍ਹਾਂ ਨੂੰ ਪਿਆਰ ਸਹਿਤ ਗੁਰੂ ਮਿਲਿਆ, ਕਹਿੰਦੇ ਉਹਨਾਂ ਦਾ ਆਉਣਾ ਇਸ ਸੰਸਾਰ 'ਚ ਪ੍ਰਵਾਨ ਹੈ। ਸੱਚੇ ਸੇਤੀ ਰਤਿਆਂ, ਆੜੇ ਨੂੰ ਕੰਨਾ ਬਿੰਦੇ, ਦਰਗਾਹ ਬੈਸਣ ਜਾਏ। ਜਦੋਂ ਪਰਮਾਤਮਾ ਦੇ ਪਿਆਰ 'ਚ ਜਿਹੜਾ ਰੰਗਿਆ ਜਾਂਦਾ ਨਾ, ਉਹਨੂੰ ਦਰਗਾਹ 'ਚ ਬੈਠਣ ਲਈ ਜਾਏ ਹੁੰਦਾ ਥਾਂ, ਉਹਨੂੰ ਦਰਗਾਹ 'ਚ ਬੈਠਣ ਲਈ ਥਾਂ ਮਿਲਦੀ ਹੈ, ਉਹਨੂੰ ਸੱਚਖੰਡ 'ਚ ਬੈਠਣ ਲਈ ਥਾਂ ਮਿਲਦੀ ਹੈ, ਜਿਹੜੇ ਪਰਮਾਤਮਾ ਦੇ ਪਿਆਰ 'ਚ ਰੰਗੇ ਜਾਂਦੇ ਹਨ। ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਸਾਰੀਆਂ ਵਡਿਆਈਆਂ ਤੇ ਪਰਮਾਤਮਾ ਦੇ ਕੋਲ ਨੇ, ਪਰ ਮਿਲਦੀਆਂ ਕਿਹਨੂੰ ਨੇ? ਪੂਰਬ ਲਿਖਿਆ ਪਾਏ, ਜਿਹੜਾ ਪਹਿਲੇ ਹੀ ਲਿਖਾ ਕੇ ਆਇਆ ਹੈ। ਜਿਹੜਾ ਪਹਿਲਾਂ ਹੀ ਲਿਖਾ ਕੇ ਆਇਆ ਉਸ ਨੂੰ ਪਰਮਾਤਮਾ ਤੋਂ ਫਿਰ ਵਡਿਆਈ ਮਿਲਦੀ ਹੈ, ਕਿਉਂਕਿ ਸਾਰੀ ਵਡਿਆਈ ਪਰਮਾਤਮਾ ਦੇ ਕੋਲ ਹੈ। ਸੋ ਕਹਿਣ ਦਾ ਕੀ ਮਤਲਬ, ਸਾਨੂੰ ਉਹੀ ਮਿਲਣਾ ਜੋ ਅਸੀਂ ਲਿਖਾ ਕੇ ਲਿਆਏ ਹਾਂ। ਬਸ ਇਹ ਚੰਗੀ ਤਰ੍ਹਾਂ ਦਿਮਾਗ 'ਚ ਰੱਖ ਲੈਣਾ। ਉਹੀ ਮਿਲਣਾ ਜੋ ਤੁਸੀਂ ਲਿਖਾ ਕੇ ਲਿਆਏ ਹੋ। ਉਹਦਾ ਵੱਧ ਚਾਹੀਦਾ ਫਿਰ ਭਜਨ ਬੰਦਗੀ ਕਰੋ। ਨਹੀਂ ਭਜਨ ਬੰਦਗੀ ਕਰੋਗੇ, ਜੋ ਲਿਖਾ ਕੇ ਲਿਓ ਤਾਂ ਮਿਲ ਹੀ ਜਾਣਾ। ਜੋ ਲਿਖਾ ਕੇ ਲਿਆਓ ਉਹ ਤਾਂ ਮਿਲ ਹੀ ਜਾਣਾ। ਭਜਨ ਬੰਦਗੀ ਕਰੋ ਤੇ ਚਾਹੇ ਨਾ ਕਰੋ, ਪਰ ਜੋ ਤਾਂ ਵੱਧ ਚਾਹੀਦਾ ਹੈ ਤਾਂ ਫਿਰ ਤੁਹਾਨੂੰ ਭਜਨ ਬੰਦਗੀ ਕਰਨੀ ਪੈਣੀ ਹੈ। ਫਿਰ ਉਹਦੇ 'ਚ ਬਰਕਤ ਹੋਵੇਗੀ, ਵਾਧਾ ਹੋਵੇਗਾ। ਇਹ ਸੋ ਜਿਹੜਾ ਪੂਰਬ ਲਿਖਿਆ, ਪਹਿਲਾਂ ਹੀ ਲਿਖਿਆ ਹੋਇਆ ਜਿਹੜਾ ਹੈ, ਉਹਨੂੰ ਪਰਮਾਤਮਾ ਦੇ ਹੱਥ ਤੋਂ ਵਡਿਆਈ ਮਿਲਣੀ ਹੈ। ਪਹਿਲੇ ਲਿਖਿਆ ਹੁੰਦਾ। ਆਪਾਂ ਨੇ ਬਾਣੀ ਸਿੱਖਣੀ ਸੀ, ਮੈਂ ਬਾਣੀ ਸਿਖਾਉਣੀ ਸੀ, ਤੁਸੀਂ ਸਾਸੰਗ ਕਰਨੀ ਹੈ, ਮੈਂ ਕਥਾ ਕਰਨੀ ਹੈ, ਇਹ ਲਿਖਿਆ ਹੋਇਆ ਹੈ। ਫਿਰ ਪਰਮਾਤਮਾ ਉਸੇ ਤਰ੍ਹਾਂ ਬੰਦੇ ਨੂੰ ਤਿਆਰ ਕਰਦਾ ਲਿਖਤ ਅਨੁਸਾਰ। ਨਿਰਾ ਲਿਖ ਨਹੀਂ ਦਿੰਦਾ ਉਹ, ਫਿਰ ਉਹਨੂੰ ਤਿਆਰ ਵੀ ਉਸ ਤਰ੍ਹਾਂ ਹੀ ਕਰਦਾ ਜੋ ਉਸ ਤੋਂ ਕੰਮ ਲੈਣਾ ਹੈ।
ਮੰਨ ਲਓ ਮੇਰੇ ਤੋਂ ਡਾਕੇ ਮਰਵਾਣੇ ਨੇ, ਫਿਰ ਮੈਨੂੰ ਡਰਪੋਕ ਨਹੀਂ ਬਣਾਏਗਾ। ਉਹਨੇ ਮੇਰੇ ਤੋਂ ਰੋਲ ਕਰਵਾਉਣਾ ਡਾਕੂ ਦਾ, ਅਤੇ ਬਸ ਫਿਰ ਇਹ ਥੋੜ੍ਹਾ ਫਿਰ ਮੈਂ ਡਰਪੋਕ ਹੋਵਾਂਗਾ। ਫਿਰ ਡਰਪੋਕ ਨਹੀਂ, ਫਿਰ ਡਰਪੋਕ ਬੰਦਾ ਡਾਕਾ ਥੋੜ੍ਹਾ ਹੀ ਮਾਰ ਸਕਦਾ। ਡਰਪੋਕ ਬੰਦਾ ਫਿਰ ਜੱਟ ਵੀ ਨਹੀਂ ਹੁੰਦਾ। ਭਾਵੇਂ ਮੈਂ ਜੰਮਿਆ ਜੱਟਾਂ ਦੇ ਘਰ ਹਾਂ, ਪਰ ਹੈ ਮੈਂ ਬਾਣੀ ਹਾਂ। ਜਿਵੇਂ ਬਾਣੀ ਡਰਪੋਕ ਨੇ, ਮੈਂ ਵੀ ਉਸ ਤਰ੍ਹਾਂ ਹੀ ਹਾਂ, ਕਿਉਂ ਮੇਰੀ ਸੋਚ ਬਾਣੀ ਵਾਲੀ ਸੀ ਵੀ ਪੰਗੇ ਜੇ ਕਿਉਂ ਲੈ ਕੇ ਵਕਤ ਖੜਾ ਕਰ ਰੱਖਣਾ। ਬੰਦੇ ਦੇ ਜੱਟਾਂ ਦਾ ਕੰਮ ਹੀ ਪੰਗੇ ਲੈਣੇ, ਬਸ ਸਾਰੇ ਆਹੀ ਕੁਛ ਕਰਨਾ। ਲੈ ਮੈਂ ਹੁਣ ਦਾਅਵੇ ਨਾ ਕਹਿਣਾ, ਮੈਂ ਅੱਲਾ ਬੋਲ ਰਿਹਾ ਨਾ, ਸਾਰੇ ਸੁਣ ਰਹੇ ਨੇ। ਜੱਟ ਨਸ਼ੇ 'ਚ ਸ਼ਰਾਬ ਛੱਡਦੇ ਨੇ, ਨਸ਼ੇ ਛੱਡਦੇ ਨੇ, ਸਵੇਰੇ ਜਪਜੀ ਸਦਾ ਪਾਠ, ਸ਼ਾਮ ਨੂੰ ਰਹਿ ਰਸ, ਤੇ ਰਾਤ ਨੂੰ ਸੋਹਲੇ ਸਦਾ ਪਾਠ ਕਰਨਾ ਸ਼ੁਰੂ ਕਰ ਦੇਣ। ਮੋਦੀ ਕਿਹਾ, ਮੋਦੀ ਦਾ ਬਾਪ ਵੀ ਮੰਨ ਜਾਏਗਾ ਵੀ ਹਾਂ ਜੀ ਤੁਹਾਡੇ ਮੰਨਦੇ ਹਾਂ। ਇਹ ਨਾ ਪਾਠ ਕਰਨ, ਸ਼ਰਾਬਾਂ ਪੀਣੇ, ਬੱਕਰੇ ਬੁਲਾਣੇ ਕਰਨਾ, ਇਹ 3000 ਰੁਪਏ ਕੁਇੰਟਲ ਵੀ ਕਣਕ ਹੋ ਜਾਏਗੀ। ਇਹਨਾਂ ਇਸੇ ਤਰ੍ਹਾਂ ਰਹਿਣਾ। ਮੈਂ ਹੁਣ ਵੀ ਕਹਿੰਦਾ ਐਲਾਨੀ ਤੌਰ 'ਤੇ, ਕਿਉਂ ਉਨੀ ਵੱਧ ਪੀ ਲੈਣੀ ਇਹਨਾਂ ਨੇ, ਉਨੀ ਵੱਧ ਪੀ ਲੈਣੀ ਹੈ। ਇਹ ਨਹੀਂ ਕਿ ਸਾਨੂੰ ਜਦੋਂ ਵੱਧ ਭਾਅ ਮਿਲ ਗਿਆ ਅਤੇ ਅਸੀਂ ਜਿਹੜੇ ਨੂੰ ਕਿਸੇ ਖਰਚ ਲਈਏ। ਨੋ, ਮੈਂ ਜੱਟਾਂ 'ਚ ਹੀ ਪੈਦਾ, ਮੈਂ ਦੇਖਿਆ ਨਾ ਬੜੇ ਨਜ਼ਦੀਕ ਤੋਂ। ਜਿੰਨੀ ਵੱਧ ਆਮਦਨੀ ਉਹਨਾਂ ਵੱਧ ਉਜਾੜਦੇ ਨੇ। ਇਹ ਨਹੀਂ ਕਿੰਨਾ ਕੋਈ ਘਰ ਦੀ ਕੋਈ ਚੀਜ਼ ਖਰੀਦਣੀ ਹੈ, ਉਜਾੜਦੇ ਨੇ। ਭਜਨ ਬੰਦਗੀ ਕਰਨੀ ਕੋਈ ਨਹੀਂ, ਸ਼ਰਾਬਾਂ ਪੀਵੀ ਜਾਣੀਆਂ, ਲੜਾਈਆਂ ਕਰੀ ਜਾਣੀਆਂ ਨੇ। ਬਸ ਕੁਛ ਕੋਈ ਪੁਲਿਸ ਵਾਲਿਆਂ ਨੂੰ ਦੇਤਾ, ਬਾਕੀ ਵਕੀਲਾਂ ਨੂੰ ਦੇਤਾ, ਬਸ ਆਹੀ ਰੰਡੀ ਰੋਣਾ ਹੈ। ਅਤੇ ਅੱਜ ਵੀ ਆਇਆ ਸੀ, ਕਦੇ ਕਿਸੇ ਨੇ ਕਰਜ਼ਾ ਲਿਆ, ਉਹ ਵੱਧਦਾ 21 ਲੱਖ ਹੋ ਗਿਆ, ਆਤਮ ਹੱਤਿਆ ਕਰ ਲਈ। ਜਦੋਂ ਆਪਾਂ ਨੇ ਲਾਉਣਾ ਹੀ ਨਹੀਂ ਤਾਂ ਵਧੂਗਾ ਹੀ। ਫਿਰ ਖੁਸ਼ੀ 'ਚ ਵੀ ਪੀਂਦੇ ਨੇ, ਗਮੀ 'ਚ ਵੀ ਪੀਂਦੇ ਨੇ। ਕੀ ਜੱਟ ਖੁਸ਼ੀ 'ਚ ਵੀ ਪੀਂਦੇ ਨੇ, ਗਮੀ 'ਚ ਵੀ ਪੀਂਦੇ ਨੇ। हाँ, वो तो बहाना चाहिए ना, पीने वाले को पीने का बहाना चाहिए। बिल्कुल ਮਨ ਉਦਾਸ ਲਿਆ ਯਾਰ ਘੁੱਟ। ਅਤੇ ਸਾਡੇ ਕਹਿੰਦੇ ਸੀ ਲਿਆ ਯਾਰ ਘੁੱਟ ਪੀਵੇ ਮੱਤ ਆਵੇ। ਬੜਾ ਮੈਨੂੰ ਹੱਸਿਆ ਕਰ, ਮੈਂ ਨਾ ਬਹਿ ਜਾ ਕਹਿੰਦਾ ਗਿਆਨ ਹਾਸਲ ਕਰ ਲੈ। ਮੇਰੇ ਨਾਸਣ ਤਾਂ ਚੜ੍ਹਦੇ ਸੀ, ਮਨ ਦਿਲ ਤਾਂ ਮੇਰਾ ਕੱਚਾ ਹੁੰਦਾ ਸੀ ਇਹਨਾਂ ਕੋਲ ਬਹਿ ਕੇ। ਕਿਉਂ? ਉਹ ਮੀਟ ਵੀ ਨਾਸਾਂ ਨੂੰ ਚੜ੍ਹਦਾ ਸੀ, ਸ਼ਰਾਬ ਵੀ ਨਾਸਾਂ ਨੂੰ ਚੜ੍ਹਦੀ ਦਿਲ ਦਾ। ਪਰ ਮੈਨੂੰ ਨਾ ਗਿਆਨ ਹਾਸਲ ਕਰਨਾ ਹੁੰਦਾ ਸੀ ਵੀ ਕਰਦੇ ਕੀ ਨੇ, ਇਹਨਾਂ ਨਜ਼ਦੀਕ ਤੋਂ ਵੇਖਾਂਗਾ ਤਾਂ ਹੀ ਮੈਨੂੰ ਪਤਾ ਲੱਗੂਗਾ ਨਾ। ਜੇ ਮੈਨੂੰ ਨਜ਼ਦੀਕ ਤੋਂ ਤੱਕਿਆ ਨਾ ਜੱਟਾਂ ਨੂੰ, ਫਿਰ ਮੈਂ ਤਾਂ ਕਹਿਣਾ ਪਾਠ ਕੀ ਹੁੰਦਾ। ਕਹਿੰਦੇ ਜੈਮਲ ਸਿੰਘ ਇਕੱਲਾ ਹੀ ਬੜਾ ਸਾਡੇ ਘਰ 'ਚ, ਹੋਰ ਬਾਕੀ ਕੀ ਕਰਨਾ। ਕਹਿੰਦੇ ਤੂੰ ਥੋੜ੍ਹਾ ਕਿਤੇ ਸੁਣ ਲੈਣਾ ਗੁਰਬਾਣੀ 'ਚ ਵੀ ਘਰ 'ਚ ਇੱਕ ਹੀ ਬੜਾ ਹੁੰਦਾ। ਕਹਿੰਦੇ ਇੱਕ ਥੋੜ੍ਹਾ ਬਸ। ਭਾਵੇਂ ਹੱਸਦੇ ਹੀ ਕਹਿੰਦੇ ਸਨ। ਭਰਾ ਕਹਿੰਦਾ ਸੀ ਦੇਖ ਮੈਨੂੰ ਤਾਂ ਮੌਜ ਹੀ ਮੌਜ ਹੈ। ਜੇ ਮੈਂ ਤੇਰੇ ਤੋਂ ਪਹਿਲਾਂ ਮਰ ਗਿਆ, ਮੈਂ ਜਮਾਂ ਨੂੰ ਕਹਾਂਗਾ ਮੈਨੂੰ ਸੋਚ ਕੇ ਹੱਥ ਪਾਇਆ ਮੈਂ ਜੈਮਲ ਸਿੰਘ ਦਾ ਭਰਾ ਹਾਂ। ਅਤੇ ਕਹਿੰਦਾ ਜੇ ਤੂੰ ਪਹਿਲਾਂ ਚਲੇ ਗਿਆ, ਤੂੰ ਕਹਿਣਾ ਬਈ ਖਬਰਦਾਰ ਮੇਰਾ ਭਰਾ ਆ ਰਿਹਾ, ਇਹਨੂੰ ਕੁਛ ਨਹੀਂ ਕਹਿਣਾ, ਆਉਣ ਦਿਓ ਇਹਨੂੰ। ਕਹਿੰਦਾ ਆਪਣ ਤਾਂ ਮੌਜ ਹੀ ਮੌਜ ਹੈ। ਚਲੋ ਖੈਰ, ਹੱਸ ਖੇਡ ਲੈ। ਹਾਂਜੀ, ਹੁਣ ਆਪਾਂ ਸਮਾਪਤੀ ਕਰੀਏ। ਗੁਰੂ ਮਹਾਰਾਜ ਕਹਿੰਦੇ ਸੱਚ ਕਰਤਾ ਸੱਚ ਕਰਨਹਾਰ, ਸੱਚ ਸਾਹਿਬ ਸੱਚ ਟੇਕ, ਸੱਚੋ ਸੱਚ ਵਖਾਣੀਏ, ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਿਹਾ, ਜਪ ਨਾਨਕ ਜੀਵੈ ਏਕ। ਸੱਚ ਕਰਤਾ ਪਰਮਾਤਮਾ ਸਦਾ ਰਹਿਣ ਵਾਲਾ ਹੈ। ਸੱਚ ਕਰਨਹਾਰ, ਉਹ ਕਰਨਹਾਰ ਹੈ, ਉਹ ਸਦਾ ਰਹਿਣ ਵਾਲਾ ਹੈ। ਸੱਚ ਸਾਹਿਬ ਹੈ, ਉਹ ਸਦਾ ਰਹਿਣ ਵਾਲਾ ਸਾਹਿਬ ਹੈ। ਸੱਚ ਟੇਕ, ਅਤੇ ਜਿਹੜਾ ਉਹਦੀ ਟੇਕ ਲੈਂਦਾ ਉਹ ਵੀ ਸਦਾ ਟੇਕ ਰਹਿੰਦੀ ਉਹਦੀ। ਸੱਚੋ ਸੱਚ ਵਖਾਣੀ ਹੈ, ਸੱਚੋ ਬੁੱਧ ਵਿਵੇਕ। ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਜੋ ਸੱਚੋ ਸੱਚ ਆਖਦੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਬੁੱਧ ਹੈ ਉਹ ਵਿਵੇਕ ਬੁੱਧ ਹੁੰਦੀ ਹੈ। ਵਿਵੇਕ ਰੱਬੀ ਮੱਤ ਨੂੰ ਕਹਿੰਦੇ ਨੇ, ਉਹਨਾਂ ਦੀ ਰੱਬੀ ਮੱਤ ਹੁੰਦੀ ਹੈ। ਇਸ ਲਈ ਉਹ ਸੱਚੋ ਸੱਚ ਆਖਦੇ ਨੇ, ਪਰਮਾਤਮਾ ਦਾ ਨਾਮ ਜਪਦੇ ਨੇ। ਸਰਬ ਨਿਰੰਤਰ ਰਵ ਰਿਹਾ, ਪਰਮਾਤਮਾ ਸਾਰਿਆਂ ਦੇ ਵਿੱਚ ਅਤੇ ਲਗਾਤਾਰ ਵਸ ਰਿਹਾ ਹੈ। ਜਪ ਨਾਨਕ ਜੀਵੈ ਏਕ, ਪਰਮਾਤਮਾ ਤੁਸੀਂ ਇੱਕ ਪਰਮਾਤਮਾ ਦਾ ਨਾਮ ਲੈ ਕੇ, ਗੁਰੂ ਮਾਰ ਕੇ ਮੈਂ ਉਸ ਦਾ ਇੱਕ ਨਾਮ ਲੈ ਕੇ ਜਿਉਂਦਾ ਹਾਂ। ਸੋ ਆਖਾਂ ਜੀਵਾਂ ਵਿਸਰੈ ਮਰ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।